KRP 1110 AM ਦੇ ਸਰੋਤਿਆਂ ਨੂੰ ਸੁਖਜੀਤ ਮਾਂਗਟ ਵੱਲੋਂ ਸਤਿ ਸ਼੍ਰੀ ਅਕਾਲ। 13 ਜੂਨ 2022 ਪ੍ਰੋਗਰਾਮ ਪੰਜਾਬੀ ਆਵਾਜ਼ 'ਚ ਤੁਹਾਡਾ ਸਵਾਗਤ ਹੈ। ਇਹ ਪ੍ਰੋਗਰਾਮ ਹਫ਼ਤੇ ਦੇ 5 ਦਿਨ ਮੰਡੇ ਟੂ ਫਰਾਈਡੇ ਤੁਹਾਡੇ ਲਈ ਪੇਸ਼ ਕੀਤਾ ਜਾਂਦਾ ਹੈ ਡਾਕਟਰ ਸ਼ਿੰਦਰ ਪੁਰੇਵਾਲ ਤੇ ਮੇਰੇ ਵੱਲੋਂ। ਦੁਨੀਆ ਭਰ ਸਾਡੇ ਪ੍ਰੋਗਰਾਮ ਤੁਸੀਂ ਸੁਣ ਸਕਦੇ ਹੋ radioindia.ca ਤੇ। US ਤੇ ਕੈਨੇਡਾ 'ਚ ਸਾਡੇ ਪ੍ਰੋਗਰਾਮ ਸੁਣੇ ਜਾ ਸਕਦੇ ਆ KRPA 1110 AM ਤੇ। ਸਟੂਡੀਓ ਦਾ ਨੰਬਰ ਹੈ 6045929191 6045929191। ਸਵਾਗਤ ਕਰਦੇ ਹਾਂ ਡਾਕਟਰ ਸ਼ਿੰਦਰ ਪੁਰੇਵਾਲ ਜੀ ਦਾ। ਡਾਕਟਰ ਸਾਹਿਬ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ ਜੀ। ਪੰਜਾਬੀ ਆਵਾਜ਼ ਰੇਡੀਓ ਇੰਡੀਆ ਦੇ ਸਾਰੇ ਸਰੋਤਿਆਂ ਨੂੰ ਆਦਾਬ ਜੀ। ਡਾਕਟਰ ਸਾਹਿਬ ਅੱਜ ਆਪਾਂ ਖਬਰਾਂ ਦਾ ਜਿਹੜਾ ਸਿਲਸਿਲਾ ਸ਼ੁਰੂ ਕਰਦੇ ਹਾਂ BC ਲਿਬਰਲ ਪਾਰਟੀ ਤੋਂ। ਵੈਸੇ ਨਾ ਇਸ ਤੋਂ ਪਹਿਲਾਂ ਤੁਹਾਨੂੰ ਯਾਦ ਹੋਣਾ ਵੀ ਕਈ ਲੋਕੀ ਤਾਂ ਵੈਸੇ ਹੀ ਆਪਣਾ ਨਾਂ ਬਦਲ ਲੈਂਦੇ ਆ। ਉਦਾਂ ਤਾਂ ਜਦੋਂ ਮਾਂ ਪਿਓ ਆਪਣੇ ਬੱਚਿਆਂ ਦਾ ਨਾਂ ਰੱਖਦੇ ਆ ਉਹਨਾਂ ਦੇ ਜਨਮ ਸਮੇਂ ਕੋਈ ਨਾ ਕੋਈ ਕਾਰਨ ਹੁੰਦੇ ਆ। ਕਈ ਤਾਂ ਧਾਰਮਿਕ ਗ੍ਰੰਥਾਂ 'ਚੋਂ ਅੱਖਰ ਲੈ ਕੇ ਰੱਖਦੇ ਆ, ਕਈਆਂ ਦਾ ਕੋਈ ਖਾਸ ਮਤਲਬ ਨਿਕਲਦਾ ਹੁੰਦਾ, ਕੰਬੀਨੇਸ਼ਨ ਹੁੰਦਾ। ਕਈ ਤਾਂ ਆਪਣੇ ਮਮ ਡੈਡ ਦੇ ਜਿਹੜਾ ਨਾਂ ਦਾ ਹੁੰਦਾ ਤੇ ਫਿਰ ਬੱਚੇ ਜਿਹੜੇ ਹੈਗੇ ਉਹ ਆਪਣਾ ਨਾਂ ਬਦਲ ਲੈਂਦੇ ਆ ਵੱਡੇ ਹੋ ਜਾਂਦੇ ਆ ਜਦੋਂ। ਹੁਣ ਜਿਵੇਂ ਆਪਾਂ ਇੱਥੇ ਦੇਖਦੇ ਇੱਥੇ ਤਾਂ ਹਰ ਇੱਕ ਨੇ ਤਕਰੀਬਨ ਆਪਣੇ ਨਾਂ ਨੂੰ ਸ਼ਾਰਟ ਕੀਤਾ ਹੁੰਦਾ। ਸਾਡੀ ਵਾਰੀ ਤਾਂ ਏਦਾਂ ਕਰ ਦਿੰਦੇ ਸੋਮਵਾਰ ਜੰਮਿਆ ਤਾਂ ਸੋਮ, ਮੰਗਲਵਾਰ ਜੰਮਿਆ ਤਾਂ ਮੰਗਲ ਸੋਮ ਜੀ। ਪਰ ਹੁਣ ਤੁਹਾਨੂੰ ਪਤਾ ਹੈ ਕਿ ਹੁਣ ਕੀ ਕਰਦੇ ਆ ਉਹ, ਹੁਣ ਆਪਣਾ ਸ਼ਾਰਟ ਕਰਕੇ ਇੰਗਲਿਸ਼ ਨੇਮ ਕੋਈ ਰੱਖ ਲੈਂਦੇ ਆ। ਪਰ ਹੁਣ ਲਿਬਰਲ ਪਾਰਟੀ ਹੈ ਜਿਹੜੀ BC ਦੀ, ਇਹਨਾਂ ਨੇ ਆਪਣੀ ਪਾਰਟੀ ਦਾ ਨਾਂ ਬਦਲਣ ਦੀ ਜਿਹੜੀ ਵਿਚਾਰ ਕਰਨ ਦੀ ਪ੍ਰਕਿਰਿਆ ਨੂੰ ਮਨਜ਼ੂਰੀ ਦੇ ਦਿੱਤੀ ਆ। ਇਹਨਾਂ ਨੂੰ ਕੀ ਲੋੜ ਮਹਿਸੂਸ ਹੋ ਗਈ ਆਪਣੀ ਪਾਰਟੀ ਦਾ ਨਾਂ ਚੇਂਜ ਕਰਨ ਲਈ? ਕਿਵੇਂ ਸੋਚਿਆ ਇਹਨਾਂ ਨੇ? ਇਹਨਾਂ ਦੇ ਦੋ ਇਸ਼ੂਜ਼ ਆਈਆਂ ਕਿ ਇੱਕ ਤਾਂ BC ਲਿਬਰਲ ਇਜ਼ ਅ ਮਿਸਨੋਮਰ। ਇਹ ਲਿਬਰਲ ਪਾਰਟੀ ਨਹੀਂ ਹੈ। ਵੈਸੇ ਇਹਨਾਂ ਦੇ ਵਿੱਚ ਇਸ ਵੇਲੇ ਜੇ ਦੇਖਿਆ ਜਾਵੇ ਕਿ 70% ਤਾਂ ਕੰਜ਼ਰਵੇਟਿਵ ਆ, 30% ਹੋ ਸਕਦੇ ਆ ਲਿਬਰਲ ਫੈਡਰਲ ਲਿਬਰਲਸ ਤੇ ਕੰਜ਼ਰਵੇਟਿਵ ਜਿਹੜੇ ਆ ਇਕੱਠੇ ਹੋ ਕੇ ਇੱਕ ਪਾਰਟੀ ਬਣਾਈ ਹੈ NDP ਦੇ ਖਿਲਾਫ। ਹਾਂਜੀ। ਤੇ ਉਹ ਪ੍ਰੈਸ਼ਰ ਪੈ ਰਿਹਾ ਕੰਜ਼ਰਵੇਟਿਵ ਵੱਲੋਂ ਕਿ ਤੁਸੀਂ ਨਾਂ ਜਿਹੜਾ ਲਿਬਰਲ ਅਸੀਂ ਨਹੀਂ ਰੱਖਣਾ। ਦੂਸਰੀ ਵੱਡੀ ਗੱਲ ਹੈ ਕਿ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਦੀ BC ਦੇ ਵਿੱਚ ਇਸ ਵੇਲੇ ਜਿਹੜੀ ਗ੍ਰਾਫ ਥੱਲੇ ਨੂੰ ਆ ਰਿਹਾ ਜੀ, ਤੇ ਉਹ ਸੋਚਦੇ ਕਿ ਅਗਲੀ ਵਾਰ ਨੂੰ ਸਾਡੇ ਚੋਣਾਂ ਤੇ ਵੀ ਅਸਰ ਪੈਣਾ, ਕਿ ਲੋਕੀ ਇਦਾਂ ਨਾ ਸਮਝਣ ਵੀ ਅਸੀਂ ਉਹ ਟਰੂਡੋ ਵਾਲੀ ਪਾਰਟੀ ਹੈ। ਹਾਂਜੀ। ਤੇ ਇਹਦਾ ਕਰਕੇ ਸਾਨੂੰ ਨਾਮ ਬਦਲ ਲੈਣਾ ਚਾਹੀਦਾ। ਹੁਣ ਉਹਦੇ ਵਿੱਚ 1952 ਤੋਂ ਲੈ ਕੇ ਹੁਣ ਤੱਕ ਇਹ ਐਕਚੁਅਲੀ ਤਾਂ ਕੰਜ਼ਰਵੇਟਿਵ ਪਾਰਟੀ ਤੇ ਲਿਬਰਲ ਪਾਰਟੀ ਇਕੱਠੀਆਂ ਹੋ ਕੇ NDP ਦੇ ਖਿਲਾਫ ਚੋਣਾਂ ਲੜਦੀਆਂ ਰਹੀਆਂ ਵੱਖਰੇ ਵੱਖਰੇ ਨਾਮਾਂ ਦੇ ਥੱਲੇ। 1952 ਤੱਕ ਇੱਥੇ ਵੀ ਦੋ ਹੀ ਪਾਰਟੀਆਂ ਹੁੰਦੀਆਂ ਸੀ, ਕੰਜ਼ਰਵੇਟਿਵ ਪਾਰਟੀ ਤੇ ਲਿਬਰਲ ਪਾਰਟੀ। ਕਦੇ ਉਹ ਪਾਵਰ ਵਿੱਚ ਆ ਜਾਂਦੇ ਸੀ, ਕਦੇ ਉਹ ਆ ਜਾਂਦੇ ਸੀ। ਉਸ ਵੇਲੇ ਇਹਨਾਂ ਨੂੰ ਲੱਗਾ CCF ਇਹਨੂੰ ਕਹਿੰਦੇ ਸੀ, ਕੋਆਪਰੇਟਿਵ ਕਾਮਨਵੈਲਥ ਫੈਡਰੇਸ਼ਨਸ, NDP ਨੂੰ। ਇਹਨਾਂ ਨੂੰ ਲੱਗਾ ਕਿ NDP ਨੇ ਜਿੱਤ ਜਾਣਾ ਇੱਥੇ। ਇਸ ਕਰਕੇ ਉਹਨਾਂ ਨੇ ਇੱਕ ਨਵਾਂ ਫਾਰਮੂਲਾ ਲੈਣ ਦਾ, ਪ੍ਰੈਫਰੈਂਸ਼ੀਅਲ ਵੋਟਿੰਗ ਦਾ। ਹੁਣ ਹੈਗਾ ਸਾਡੇ ਫਸਟ ਪਾਸ ਪੋਸਟ ਨਾ, ਪੋਸਟ ਖੜਾ, ਜਿਹੜਾ ਵੀ ਪਹਿਲਾਂ ਪਾਸ ਕਰ ਜਾਵੇ ਉਹ ਜਿੱਤ ਜਾਂਦਾ, ਇੱਕ ਵੋਟ ਨਾਲ ਜਿੱਤ ਜਾਂਦਾ ਕਈ ਵਾਰ। ਹਾਂਜੀ। ਤੇ ਪ੍ਰੈਫਰੈਂਸ਼ੀਅਲ ਵੋਟ ਇਦਾਂ ਸੀ ਕਿ ਉਹ ਤੇ ਤੁਸੀਂ ਇੰਡੀਕੇਟ ਕਰੋਗੇ ਕਿ ਤੁਹਾਡਾ ਪਹਿਲਾ ਜਿਹੜੀ ਚੁਆਇਸ ਕੌਣ ਆ, ਸੈਕੰਡ ਚੁਆਇਸ ਕੌਣ ਆ, ਥਰਡ ਚੁਆਇਸ ਕੌਣ ਆ। ਸੋਚਿਆ ਉਹਨਾਂ ਨੇ ਇਹ ਸੀ ਕਿ ਦੇਖੋ ਜਿਨ੍ਹਾਂ ਦੀ ਪਹਿਲੀ ਚੁਆਇਸ ਕੰਜ਼ਰਵੇਟਿਵ ਆ ਨਾ, ਨੈਚੁਰਲੀ ਉਹਨਾਂ ਦੀ ਦੂਜੀ ਚੁਆਇਸ ਜਿਹੜੀ ਲਿਬਰਲ ਹੋਣੀ, ਜਿਹੜਾ ਲਿਬਰਲ ਆ ਉਹਦੀ ਦੂਜੀ ਚੁਆਇਸ ਕੰਜ਼ਰਵੇਟਿਵ ਹੋਣੀ, NDP ਨਹੀਂ ਹੋਣੀ। ਉਸ ਵੇਲੇ 52 ਦੇ ਵਿੱਚ ਇੱਕ ਸੋਸ਼ਲ ਕ੍ਰੈਡਿਟ ਪਾਰਟੀ ਹੁੰਦੀ ਸੀ, ਪਹਿਲਾਂ ਇੱਥੇ ਅਲਬਰਟਾ 'ਚ ਬਣੀ ਸੀ, 1935 'ਚ ਬਣੀ ਸੀ। ਤੇ ਉਹਨਾਂ ਨੇ ਕੈਂਡੀਡੇਟ ਇੱਥੇ ਖੜੇ ਕੀਤੇ, ਕੁਛ ਇੱਕ ਜਿਹੜੇ ਪੁਰਾਣੇ ਕੰਜ਼ਰਵੇਟਿਵ ਆ ਉਹਨਾਂ ਦੇ ਨਾਲ ਜਾ ਰਹੇ। ਤੇ ਉਹਨਾਂ ਨੇ ਐਕਚੁਅਲੀ ਜਿਹੜੀ ਤੁਸੀਂ ਸਰਪ੍ਰਾਈਜ਼ਿੰਗਲੀ ਜਿਹੜੀ ਇਲੈਕਸ਼ਨ ਲੜੀ ਆ, MP ਹੁੰਦਾ ਸੀ ਇੱਥੇ ਅਲਬਰਟਾ ਦਾ, ਉਹ ਲੀਡਰ ਸੀ ਉਸ ਵੇਲੇ BC ਦੀ ਪਾਰਟੀ ਦਾ। ਕਿਸੇ ਪਾਰਟੀ ਨੂੰ ਮੈਜੋਰਟੀ ਨਹੀਂ ਮਿਲੀ। ਜਿਹੜੀ ਬਹੁਤ ਗਿਣਤੀ ਜਿਹੜੀ ਵੋਟਾਂ ਦੀ ਜਿਹੜੀ ਸੀਟਾਂ ਦੀ ਸੀ ਉਹ ਸੋਸ਼ਲ ਕ੍ਰੈਡਿਟ ਪਾਰਟੀ ਦੀ ਸੀ, ਤਾਂ ਉਹਨਾਂ ਨੂੰ ਆਪਣੀ ਸਰਕਾਰ ਬਣਾਉਣ ਦਾ ਮੌਕਾ ਮਿਲ ਗਿਆ। ਪਾਰਟੀ ਨੇ ਫਿਰ WAC ਬੈਨਟ ਨਾਂ ਦਾ ਬੰਦਾ ਲੀਡਰ ਚੁਣਿਆ
ਤੇ ਉਹਨਾਂ ਨੇ ਆਪਣੀ ਸਰਕਾਰ ਬਣਾ ਲਈ। ਸਾਰੇ ਜਿਹੜੇ ਕਹਿੰਦੇ ਕਹਾਉਂਦੇ ਕੰਜ਼ਰਵੇਟਿਵ ਲਿਬਰਲ ਉਹਦੀ ਪਾਰਟੀ 'ਚ ਆ ਗਏ। 1 ਸਾਲ ਤਾਈਂ ਚੱਲੀ ਉਹ ਤਕਰੀਬਨ। ਸਰਕਾਰ ਘੱਟ ਗਿਣਤੀ ਸੀ, ਗਿਰ ਗਈ। ਹਾਂਜੀ 53 ਦੇ ਵਿੱਚ ਉਹ ਮੈਜੋਰਟੀ ਜਿੱਤ ਗਿਆ ਫਿਰ। ਤੇ ਉਸ ਤੋਂ ਬਾਅਦ ਉਹਨਾਂ ਨੇ ਇਹ ਇਲੈਕਟੋਰਲ ਸਿਸਟਮ ਜਿਹੜਾ ਸੀ ਉਹ ਫਿਰ ਚੇਂਜ ਕਰਤਾ, ਫਿਰ ਆਹ ਹੀ ਲੈਣ ਦਾ ਫਸਟ ਪਾਸ ਦਾ ਪੋਸਟ ਵਾਲਾ। 1960 ਤੋਂ ਬਾਅਦ ਫਿਰ NDP ਵੈਸੇ ਹੀ ਬਣ ਗਈ, CCF ਦਾ ਨਾਂ ਚੇਂਜ ਕਰਤਾ। 1972 ਚ ਪਹਿਲੀ ਵਾਰੀ ਹਰਿਆ WAC ਬੈਨਟ। ਜੇ BC ਚ ਵੱਡੇ ਵੱਡੇ ਪ੍ਰੋਜੈਕਟ ਲਿਆਂਦੇ ਨਾ, ਉਹ WAC ਬੈਨਟ ਨੇ ਲਿਆਂਦੇ। ਯੂਨੀਵਰਸਿਟੀਜ਼ ਇੱਥੇ ਵੱਡੀਆਂ ਬਣਾਈਆਂ ਤਾਂ ਉਹਨੇ ਬਣਾਈਆਂ ਹੈ, PC ਹਾਈਡਰੋ ਉਹਦੀ ਦੇਣੇ। 1972 ਤੋਂ 75 ਤਾਈਂ 3 ਸਾਲ NDP ਰਹੀ। ਉਦੋਂ ਉਹਨਾਂ ਦੇ ਕੋਲ ਵੀ ਬੜਾ ਤਕੜਾ ਲੀਡਰ ਸੀ, ਡੇਵ ਬੈਰਟ ਜੀ, ਬੜਾ ਤਕੜਾ ਬੁਲਾਰਾ ਸੀ। 1991 ਦੇ ਵਿੱਚ, ਹੁਣ ਅਸੀਂ ਮੇਅਰ ਦੀ ਵੀ ਗੱਲ ਕਰ ਲੈਂਦੇ, ਸਰੀ ਦਾ ਮੇਅਰ ਹੁੰਦਾ ਸੀ ਇੱਥੇ ਵਿਲ ਬੈਂਡਰਜ਼ਾਂ ਜੀ, ਉਹ ਬਣ ਗਿਆ ਸੋਸ਼ਲ ਕ੍ਰੈਡਿਟ ਪਾਰਟੀ ਦਾ ਲੀਡਰ। ਜਿੱਦਾਂ ਅੱਜ ਕੱਲ ਸਾਡਾ ਮੇਅਰ ਸਾਹਿਬ ਨੇ ਸਰੀ ਦਾ ਨਾਮ ਉੱਚਾ ਕੀਤਾ ਹੈ ਨਾ, ਹਾਂਜੀ, ਕਾਨੂੰਨੀ ਅਦਾਲਤਾਂ ਦੇ ਵਿੱਚ, ਉਹਨੇ ਵੀ ਕਾਫੀ ਨਾਮ ਉੱਚਾ ਰੋਸ਼ਨ ਕੀਤਾ ਸਰੀ ਦਾ, ਗਲਤ ਤਰੀਕੇ ਨਾਲ, ਰਿਸ਼ਵਤਖੋਰੀ ਦੇ ਚੱਕਰ ਦੇ ਵਿੱਚ। 1991 ਦੇ ਵਿੱਚ ਉਹ ਪਾਰਟੀ ਜਿਹੜੀ 1952 ਤੋਂ ਲੈ ਕੇ 1991 ਤੱਕ 40 ਸਾਲ ਜਿਹਨੇ ਰਾਜ ਕੀਤਾ ਹੋਵੇ, ਤਕਰੀਬਨ 3 ਸਾਲ ਛੱਡ ਕੇ 72 ਤੋਂ 75 ਤੱਕ, ਉਹ ਹਰ ਗਏ, ਬਿਲਕੁਲ ਹਰ ਗਏ। ਤੇ ਉਦੋਂ ਜਦੋਂ 52 ਦੇ ਵਿੱਚ ਵੱਡੇ ਵੱਡੇ ਲੀਡਰ ਆਏ ਨਾ, ਇਹ ਕੰਜ਼ਰਵੇਟਿਵ ਪਾਰਟੀ ਤੇ ਲਿਬਰਲ ਪਾਰਟੀ ਦੇ, ਇਹਨਾਂ ਦੇ ਸੋਸ਼ਲ ਕ੍ਰੈਡਿਟ ਦੇ ਵਿੱਚ, ਪਰ ਜਿਹੜੀਆਂ ਇੱਥੇ ਟ੍ਰੈਡੀਸ਼ਨਲ ਪਾਰਟੀਆਂ ਸੀ, ਕੰਜ਼ਰਵੇਟਿਵ ਪਾਰਟੀ, ਲਿਬਰਲ ਪਾਰਟੀ, ਜਿਹੜੀਆਂ ਫੈਡਰਲ ਦੇ ਨਾਲ, ਜਿੱਦਾਂ ਸਾਡੇ ਕਾਂਗਰਸ ਪਾਰਟੀ, ਆਮ ਆਦਮੀ ਪਾਰਟੀ ਆ, BJP ਆ, ਉਹ ਐਫੀਲੀਏਟਡ ਹੁੰਦੀਆਂ ਨਾ ਉਹਨਾਂ ਦੇ ਨਾਲ, ਫੈਡਰਲ ਦਿੱਲੀ ਵਾਲੀਆਂ ਨਾਲ। ਇਸੇ ਤਰ੍ਹਾਂ ਉਹਨਾਂ ਨੇ ਜਾਰੀ ਰੱਖੀਆਂ, ਉਹਨਾਂ ਨੇ ਬੰਦ ਨਹੀਂ ਕੀਤੀਆਂ ਪਾਰਟੀਆਂ ਆਪਣੀਆਂ। ਤੇ 1991 ਦੇ ਵਿੱਚ ਉਹੋ ਹੀ ਪੁਰਾਣੀ ਲਿਬਰਲ ਪਾਰਟੀ ਜਿਹੜੀ ਆ, ਉਹ ਆਪੋਜੀਸ਼ਨ ਦੇ ਵਿੱਚ ਆ ਗਈ। NDP ਦੀ ਸਰਕਾਰ ਬਣੀ, ਪਰ ਆਪੋਜੀਸ਼ਨ ਦੇ ਵਿੱਚ ਆਈ ਜਿਹੜੀ ਪੁਰਾਣੀ ਲਿਬਰਲ ਪਾਰਟੀ ਸੀ। ਉਹ ਇੱਕਦਮ ਪਾਰਟੀ ਦੇ ਵਿੱਚ ਜਿਹੜੇ ਲੀਡਰ ਸੀ, ਉਹ ਐਕਚੁਅਲੀ ਲਿਬਰਲ ਸੀ ਜੀ, ਜੌਨ ਕਰੈਚੀ ਵਰਗਾ, ਜਿੱਦਾਂ ਬਾਕੀ ਜਿਹੜੇ ਫੈਡਰਲ ਲੀਡਰਸ ਹੁੰਦੇ ਉਹਨਾਂ ਵਰਗਾ ਲਿਬਰਲ ਲੀਡਰ ਸੀ ਉਹ ਵਿਲਸਨ। ਉਸ ਵੇਲੇ ਕੰਜ਼ਰਵੇਟਿਵ ਪਾਰਟੀ ਦੇ ਜਿਹੜੇ ਬੰਦੇ ਸੀ, ਕਿ ਕੈਂਪਬਲ ਵਰਗੇ, ਇਹਨਾਂ ਨੇ ਇੱਕ ਸਾਜ਼ਿਸ਼ ਚੰਗੀ ਰਚੀ ਉਹਦੇ ਖਿਲਾਫ ਵਿਚਾਰੇ ਦੇ। ਇਹਨਾਂ ਨੇ ਇਲੈਕਸ਼ਨ ਕਰਾ ਲਈ ਲੀਡਰਸ਼ਿਪ ਦੀ, ਤੇ ਉਹ ਬੰਦਾ ਕੱਢ ਦਿੱਤਾ। ਮੁੜ ਕੇ ਸੋਸ਼ਲ ਕ੍ਰੈਡਿਟ ਵਾਲੇ ਜਿਹੜੇ ਸਾਰੇ ਹਰੇ ਹੋਏ ਸੀ, ਉਹ ਸਾਰੇ ਇਹਦੇ ਵਿੱਚ ਆ ਗਏ। ਫਿਰ ਮੁੜ ਕੇ BC ਲਿਬਰਲ ਪਾਰਟੀ, ਲਿਬਰਲ ਨਾਂ ਦੀ ਸੀ ਸਿਰਫ, ਉਹ ਸਾਰੇ ਦੇ ਸਾਰੀਆਂ ਜਿਹੜੀਆਂ ਟਾਪ ਪੋਸਟ ਸੀ, ਉਹ ਇਹਨਾਂ ਦੇ ਕੋਲ ਕੰਜ਼ਰਵੇਟਿਵ ਪਾਰਟੀ ਦੇ ਕੋਲ ਸੀ। ਸੋ ਉਸ ਸਮੇਂ ਤੋਂ ਅੱਜ ਤਾਈਂ, ਅੱਜ ਇਸ ਕਰਕੇ BC ਲਿਬਰਲ ਦੇ ਖਿਲਾਫ ਹੋਏ ਆ ਕਿ ਹੁਣ ਉਹਨਾਂ ਨੂੰ ਲੱਗਦਾ ਵੀ ਬਿੱਲੀ ਥੈਲਿਓਂ ਬਾਹਰ ਆ ਗਈ। ਲੋਕਾਂ ਨੂੰ ਪਤਾ ਲੱਗੀ ਜਾਂਦਾ ਜੀ ਕਿ ਲਿਬਰਲ ਪਾਰਟੀ ਵੈਸੇ ਤਾਂ ਲਿਬਰਲ ਪਾਰਟੀ ਹੈ ਨਹੀਂ ਹੈ, ਪਾਲਿਸੀਜ਼ ਤਾਂ ਸਾਡੀਆਂ ਸਾਰੀਆਂ ਕੰਜ਼ਰਵੇਟਿਵ ਹੈ। ਹਾਂਜੀ, ਕੈਵਨ ਫਾਲਕਨ ਐਕਚੁਅਲੀ ਕੰਜ਼ਰਵੇਟਿਵ ਪਾਰਟੀ ਦੇ ਮੈਂਬਰ ਹੈ। 2018 ਦੇ ਵਿੱਚ ਤਾਂ ਉਹਨਾਂ ਨੂੰ ਵੀ ਛੱਡ ਕੇ ਬਾਨੀਏ ਦੇ ਨਾਲ ਜਾ ਰਹੇ ਸੀ ਇਹ। ਪਰ ਹੁਣ ਜਿਹੜੀ ਕੰਜ਼ਰਵੇਟਿਵ ਪਾਰਟੀ ਦੇ ਜਿਹੜੇ ਮੈਂਬਰਸ ਆ, ਲੀਡਰਸ ਆ, MLAs ਆ, ਉਹਨਾਂ ਨੇ ਜ਼ੋਰ ਪਾਇਆ ਕਿ ਆਪਾਂ ਨੂੰ ਨਾਂ ਬਦਲਣਾ ਚਾਹੀਦਾ। ਸਾਡੇ ਜਿਹੜੀ ਪੰਜਾਬੀ ਕਮਿਊਨਿਟੀ ਦੇ ਵਿੱਚ ਹੋਰ ਗੱਲ ਹੈ, ਇੱਥੇ ਥੋੜ੍ਹਾ ਜਿਹਾ ਲਿਬਰਲ ਨਾਂ ਠੀਕ ਹੈ, ਮਤਲਬ ਆਪਣੇ ਆਪ ਨੂੰ ਸੈਲ ਵੀ ਇੱਦਾਂ ਹੀ ਕਰਦੇ ਆ ਕਿ ਅਸੀਂ ਲਿਬਰਲ ਹਾਂ। ਇਹ ਜਾਂ ਉਹਨਾਂ ਨੂੰ ਪਤਾ ਹੀ ਨਹੀਂ, ਜਾਂ ਦੱਸਣਾ ਨਹੀਂ ਚਾਹੁੰਦੇ। ਹੁਣ ਵਧੀਆ ਗੱਲ ਇਹ ਹੋਊਗੀ ਕਿ ਕਮ ਸੇ ਕਮ ਲੋਕਾਂ ਨੂੰ ਪਤਾ ਲੱਗੂਗਾ। ਕਈ ਨਾਂ ਪ੍ਰਪੋਜ਼ ਕਰਦੇ ਆ। ਮੇਰਾ ਖਿਆਲ ਜਿਹੜਾ ਸਭ ਤੋਂ ਉੱਪਰ ਨਾਂ ਆ ਉਹ ਹੈਗਾ ਬ੍ਰਿਟਿਸ਼ ਕੋਲੰਬੀਆ ਪਾਰਟੀ। ਹਾਂਜੀ, ਕਹਿੰਦੇ ਆ ਵੀ ਮਤਲਬ ਅੱਗੇ ਤਾਂ ਉਹਨਾਂ ਨੇ ਵੋਟਾਂ ਪਾਉਣੀਆਂ ਤਾਂ ਪਤਾ ਲੱਗੂਗਾ ਕਿਹੜੀ ਪਾਰਟੀ ਦਾ ਨਾਂ ਉੱਪਰ ਆਇਆ। ਸਸਕੈਚਵਨ ਪਾਰਟੀ ਇੱਦਾਂ ਬਣੀ ਸੀ ਪਹਿਲਾਂ। ਉਹਨਾਂ ਦੇ ਵਿੱਚ ਇੱਕ ਵਾਰ ਕੰਜ਼ਰਵੇਟਿਵ ਪਾਰਟੀ ਨੇ ਇੰਨੇ ਘਪਲੇ ਕੀਤੇ ਉੱਥੇ ਨਾ, ਇੰਨੇ ਘਪਲੇ, ਮਤਲਬ ਤਕਰੀਬਨ ਉਹਨਾਂ ਦੀ ਸਾਰੀ ਕੈਬਨਿਟ ਜੇਲ੍ਹ 'ਚ ਬੈਠੀ ਹੋਣੀ। ਉਸ ਤੋਂ ਬਾਅਦ ਉਹਨਾਂ ਨੂੰ ਲੱਗਾ ਵੀ ਇਹ ਪਾਰਟੀ ਦਾ ਕਦੇ ਨਹੀਂ ਪਾਵਰ 'ਚ ਆਉਣੀ। ਉਹਨਾਂ ਬੰਦਿਆਂ ਨੇ ਕਨਵੈਨਸ਼ਨ ਕਰਕੇ ਤਾਂ ਆਪਣਾ ਪਾਰਟੀ ਦਾ ਨਾਂ ਚੇਂਜ ਕਰ ਲਿਆ, ਉਹਨੂੰ ਬਣਾਤਾ ਸਸਕੈਚਵਨ ਪਾਰਟੀ। ਸੋ ਇਹ ਤਾਂ ਹਾਲੇ ਜੇਲ੍ਹ 'ਚ ਵੀ ਨਹੀਂ ਗਏ ਵੈਸੇ। ਹਾਂਜੀ, ਇਹਨਾਂ ਨੂੰ ਉਦਾਂ ਹੀ ਖਤਰਾ ਲੱਗਦਾ ਹੁਣ
ਕਿ ਆਉਣ ਵਾਲੀਆਂ ਚੋਣਾਂ ਦੇ ਵਿੱਚ ਇਹ ਤੁਸੀਂ ਅੱਗੇ ਕਹਾਣੀ ਸੁਣਾਉਂਦੇ ਹੁੰਦੇ ਵੀ ਗਧਾ ਕੋਈ ਗਾਂ ਦਾ ਕੀ ਕਹਿੰਦੇ ਹੁੰਦੇ ਉਹਨੂੰ ਨਕਾਬ ਪਾ ਕੇ ਤੇ ਉਹ ਗਾਂ ਬਣ ਕੇ ਘੁੰਮਦਾ ਸੀ। ਇਹ ਕਾਫੀ ਦੇਰ ਤੱਕ ਗਾਂ ਬਣ ਕੇ ਘੁੰਮਦੇ ਰਹੇ ਆ ਤੇ ਹੁਣ ਇਹਨਾਂ ਨੇ ਉਹ ਨਕਾਬ ਲਾ ਕੇ ਘੋੜੇ ਵਾਲਾ ਪਾਉਣ ਦੀ ਕੋਸ਼ਿਸ਼ ਕਰਦੇ ਵੀ ਅਗਲੀ ਚੋਣ ਜਿੱਤ ਜਾਈਏ, ਤੇਜ਼ ਦੌੜ ਗਏ ਸੀ। ਤਾਂ ਵਿੱਚੋਂ ਤਾਂ ਗਧੇ ਦੇ ਗਧੇ ਹੀ ਆ, ਉਹ ਨਹੀਂ ਬਦਲੇ ਹਜੇ। ਪਾਲਿਸੀਜ਼ ਉਹੀ ਆ ਜਿਹੜੀਆਂ 1995 ਚ ਗੋਰਡਨ ਕੈਂਪਬਲ ਜਦੋਂ ਲੀਡਰ ਬਣਿਆ ਲੈ ਕੇ ਆਇਆ। ਉਹਨਾਂ ਦੇ ਵਿੱਚ ਉਸ ਤੋਂ ਬਾਅਦ 4 ਲੀਡਰ ਬਣ ਚੁੱਕੇ ਆ। ਕ੍ਰਿਸਟੀ ਕਲਾਰਕ ਆਈ ਸੀ, ਉਸ ਤੋਂ ਬਾਅਦ ਇੱਕ ਹੋਰ ਲੀਡਰ ਆਇਆ ਸੀ ਤੇ ਹੁਣ ਫਿਰ ਕੈਵਨ ਫਾਲਕਨ, ਜਿਹੜੇ ਕਿ ਮੰਤਰੀ ਵੀ ਰਹੇ ਆ, ਡਿਪਟੀ ਪ੍ਰੀਮੀਅਰ ਵੀ ਰਹੇ ਆ। ਇਹ ਉਸੇ ਪੁਰਾਣੀ ਪਾਰਟੀ ਦਾ ਹੀ ਹਿੱਸਾ ਆ, ਸਿਰਫ ਨਾਂ ਹੀ ਹੁਣ ਨਵਾਂ ਚਾਹੁੰਦੇ ਆ ਕਿਉਂਕਿ ਨਾਂ ਉਹ ਇਦਾਂ ਲੱਗਦਾ ਨਾ ਬਦਨਾਮ ਹੋ ਗਿਆ ਲੱਗਦਾ। ਔਰ ਕਮ ਸੇ ਕਮ ਇਹਨਾਂ ਨੂੰ ਲੱਗਦਾ ਕਿ ਫੈਡਰਲੀ ਤੌਰ ਤੇ ਬਦਨਾਮ ਹੋ ਚੁੱਕੇ ਆ। ਹਾਂਜੀ। ਤੇ ਉਹਨਾਂ ਦਾ ਜਿਹੜੀ ਜ਼ਿਆਦਾ ਗ੍ਰਾਫ ਘਟਿਆ ਆ, ਹਰ ਪਾਸੇ ਘਟਿਆ ਪਰ BC ਜ਼ਿਆਦਾ ਘਟਿਆ ਜੀ। ਤੇ ਇਹ 24 ਦੇ ਵਿੱਚ ਇਲੈਕਸ਼ਨ ਹੋਣੀ ਅਜੇ ਤੇ ਉਹਦੇ ਲਈ ਸੋਚਦੇ ਵੀ ਨਾ ਬਦਲੇ ਤੇ ਸ਼ਾਇਦ ਅਸੀਂ ਜਿੱਤ ਜਾਈਏ। ਸੋ ਸਾਰਾ ਜਿਹੜਾ ਹੈਗਾ ਚੱਕਰ ਇਹੀ ਆ ਕਿ ਹੁਣ ਉਹ ਚਾਹੁੰਦੇ ਆ ਵੀ ਜਿਹੜੀ ਉਹਨਾਂ ਦੀ ਬਦਨਾਮੀ ਹੈਗੀ ਆ ਉਹਦੇ ਕਰਕੇ ਇਹਨਾਂ ਦਾ ਨੁਕਸਾਨ ਨਾ ਹੋ ਜਾਵੇ। ਨਕਾਬ ਬਦਲੋ ਬਸ। ਹਾਂਜੀ ਡਾਕਟਰ ਸਾਹਿਬ, ਰੁਖ ਕਰਦੇ ਹਾਂ ਜੀ ਅਗਲੀ ਖਬਰ ਵੱਲ। ਵਿਕਟੋਰੀਆ ਪੁਲਿਸ ਵੱਲੋਂ ਇੱਕ ਸਰਵੇ ਕਰਵਾਇਆ ਗਿਆ ਸੀ ਤੇ ਉਸ ਸਰਵੇ ਦੇ ਅਨੁਸਾਰ ਜਿਹੜੇ ਉੱਥੋਂ ਦੇ ਸਥਾਨਕ ਲੋਕ ਨੇ ਉਹ ਹਨੇਰੇ ਤੋਂ ਬਾਅਦ ਸ਼ਹਿਰ ਦੇ ਡਾਊਨਟਾਊਨ ਵਿੱਚ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰਦੇ। 79% ਲੋਕਾਂ ਦਾ ਕਹਿਣਾ ਕਿ ਉਹ ਰਾਤ ਸਮੇਂ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰਦੇ ਆ, ਬਾਹਰ ਨਹੀਂ ਨਿਕਲਣਾ ਚਾਹੁੰਦੇ। ਤੇ ਜਿਹੜੇ 37% ਆ ਉਹਨਾਂ ਦਾ ਕਹਿਣਾ ਕਿ ਉਹ ਦਿਨ ਵੇਲੇ ਵੀ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰਦੇ। ਤੇ ਹੁਣ ਜੇ ਆਪਾਂ ਅਪਰਾਧ ਦੀ ਗੱਲ ਕਰਦੇ ਆ ਤਾਂ 52% ਜਿਹੜੇ ਲੋਕ ਹੈਗੇ ਆ ਉਹਨਾਂ ਦਾ ਕਹਿਣਾ ਆ ਕਿ ਜਿਹੜੀਆਂ ਅਪਰਾਧਿਕ ਗਤੀਵਿਧੀਆਂ ਨੇ ਸ਼ਹਿਰ ਦੇ ਵਿੱਚ ਉਹਨਾਂ ਵਿੱਚ ਕਾਫੀ ਜ਼ਿਆਦਾ ਵਾਧਾ ਹੋਇਆ ਤੇ ਜਿਹੜੇ 26% ਆ ਉਹਨਾਂ ਦਾ ਕਹਿਣਾ ਕਿ ਉਹ ਖੁਦ ਅਪਰਾਧ ਦਾ ਸ਼ਿਕਾਰ ਹੋਏ ਨੇ। ਤੁਸੀਂ ਇਸ ਰਿਪੋਰਟ ਬਾਰੇ ਕੀ ਕਹਿਣਾ ਚਾਹੋਗੇ? ਇੱਕ ਤਾਂ ਤੁਸੀਂ ਜਿਹੜੀ ਇੰਪ੍ਰੈਸ਼ਨ ਸਾਨੂੰ ਮਿਲਦੀ ਨਾ ਕਿ ਵਿਕਟੋਰੀਆ ਪੀਸਫੁਲ ਆ ਐਕਚੁਅਲੀ ਜੇ ਤੁਸੀਂ ਕ੍ਰਾਈਮ ਰੇਟ ਦੇਖਦੇ ਆ ਵਿਕਟੋਰੀਆ ਦਾ, ਕੈਨ ਯੂ ਇਮੇਜਿਨ ਵੀ ਉਹਨਾਂ ਦਾ ਸਰੀ ਨਾਲੋਂ ਜ਼ਿਆਦਾ ਹੈ। ਹਾਂਜੀ ਉਹਨਾਂ ਦਾ ਵੈਨਕੂਵਰ ਤੋਂ ਵੀ ਜ਼ਿਆਦਾ ਹੈ। ਵੈਸੇ ਸਰੀ ਨੂੰ ਬਦਨਾਮ ਜ਼ਿਆਦਾ ਕੀਤਾ ਜਾਂਦਾ। ਅੱਛਾ, ਜਿਹੜਾ ਕ੍ਰਾਈਮ ਆ ਉਹ ਅਸੀਂ ਸਮਝਦੇ ਆ ਵੀ ਗੋਲੀਆਂ ਚੱਲਦੀਆਂ ਹੋਣੀਆਂ, ਇਹ ਇਦਾਂ ਦੀ ਗੱਲ ਨਹੀਂ ਆ। ਵੈਸੇ ਜਿਹੜੇ ਨਾਰਮਲੀ ਉਹਨਾਂ ਦੇ ਨੰਬਰ ਆਫ ਇਨਸੀਡੈਂਟਸ ਜ਼ਿਆਦਾ ਹੁੰਦੇ ਆ। ਹੋਮਲੈਸ ਬੰਦੇ ਉੱਥੇ, ਡਰੱਗੀ ਬੰਦੇ ਜਿਹੜੇ ਆ ਉਹ ਕਈ ਵਾਰੀ ਤੁਰੇ ਜਾਂਦੇ ਤੋਂ ਪੈਸੇ ਮੰਗਦੇ ਆ। ਹਾਂਜੀ, ਤੁਸੀਂ ਪੈਸੇ ਨਹੀਂ ਦਿੰਦੇ ਤਾਂ ਕਈ ਵਾਰੀ ਲੜ ਪੈਂਦੇ, ਉਹ ਮੰਦਾ ਚੰਗਾ ਬੋਲਦੇ ਆ। ਅੱਛਾ, ਬੰਦੇ ਇਹਨੂੰ ਕ੍ਰਾਈਮ ਸਮਝਦੇ, ਵੈਸੇ ਤਾਂ ਵੱਡੀ ਗੱਲ ਨਹੀਂ ਹੈ ਜੇ ਸਮਝਿਆ ਜਾਵੇ, ਪਰ ਇਹਨੂੰ ਇੱਕ ਕ੍ਰਿਮੀਨਲ ਐਕਟੀਵਿਟੀ ਸਮਝਦੇ ਵੀ ਮੈਨੂੰ ਧਮਕੀ ਦੇ ਰਿਹਾ। ਇੱਕ ਜਿਹੜਾ ਬੰਦਾ ਮੰਗਣ ਡਿਆ ਆ, ਹੋਮਲੈਸ ਆ, ਉੱਥੇ ਖੜਾ, ਉਹ ਮੰਦਾ ਚੰਗਾ ਬੋਲ ਵੀ ਗਿਆ, ਉਹ ਹੋ ਸਕਦਾ ਕੋਈ ਵੱਡੀ ਗੱਲ ਤਾਂ ਹੈ ਨਹੀਂ ਜੀ, ਪਰ ਇਹ ਕ੍ਰਾਈਮ ਦੀ ਕੈਟਾਗਰੀ ਦੇ ਵਿੱਚ ਆ ਜਾਂਦਾ। ਤੇ ਕੁਛ ਜਿੱਦਾਂ ਹੁਣ ਚੌਹਾਂ ਦੇ ਵਿੱਚੋਂ ਇੱਕ ਬੰਦਾ ਇਹ ਕਹਿ ਰਿਹਾ ਕਿ ਮੈਂ ਕ੍ਰਾਈਮ ਦਾ ਸ਼ਿਕਾਰ ਹੋਇਆ ਉੱਥੇ ਡਾਊਨਟਾਊਨ ਦੇ ਵਿੱਚ। ਸੋ ਉੱਥੇ ਡਾਊਨਟਾਊਨ ਦੇ ਵਿੱਚ ਹੋਮਲੈਸ ਬੰਦੇ ਬਹੁਤ ਆ, ਡਰੱਗੀ ਬੰਦੇ ਬਹੁਤ ਆ, ਤੇ ਉਹ ਤੁਰੇ ਫਿਰਦੇ। ਬਹੁਤਿਆਂ ਬੰਦਿਆਂ ਨੂੰ ਕਈ ਬੰਦੇ ਸੇਫ ਨਹੀਂ ਮਹਿਸੂਸ ਕਰਦੇ ਜਦੋਂ ਉਹ ਬੰਦੇ ਤੁਰੇ ਫਿਰਦੇ ਆ ਉੱਥੇ। ਤੇ ਖਾਸ ਤੌਰ ਤੇ ਐਕਚੁਅਲੀ ਲੈਜਿਸਲੇਟਿਵ ਅਸੈਂਬਲੀ ਦੇ ਬਿਲਕੁਲ ਸਾਹਮਣੇ ਜਿਹੜੇ ਹਾਰਬਰ ਵਿਕਟੋਰੀਆ ਹਾਰਬਰ ਹੈ ਨਾ, ਉੱਥੇ ਬਹੁਤ ਸੋਹਣੀਆਂ ਪੌੜੀਆਂ ਬਣਾਈਆਂ ਆ, ਬਹੁਤ ਸੋਹਣ, ਪਰ ਉੱਥੇ ਹੋਮਲੈਸ ਬੰਦੇ ਪਏ ਹੁੰਦੇ। ਹਾਂਜੀ, ਤੇ ਉਹ ਦਿਨੇ ਤਾਂ ਫਿਰ ਇੱਧਰ ਤੋਂ ਤੁਰੇ ਫਿਰਦੇ ਆ, ਆਪਣਾ ਬੋਰੀ ਬਿਸਤਰਾ ਇੱਕ ਪਾਸੇ ਰੱਖ ਕੇ ਨਾ ਖੂੰਜੇ, ਤੇ ਫਿਰ ਉਹ ਬਹੁਤੇ ਬੰਦੇ ਉਹਨਾਂ ਚੋਂ ਕੰਮ ਨਹੀਂ ਕਰਦੇ ਤੇ ਉਹ ਮੰਗ ਕੇ ਖਾਂਦੇ ਆ, ਤੇ ਉਹਨਾਂ ਦਾ ਕਈ ਵਾਰੀ ਬਿਹੇਵੀਅਰ ਹੋਰ ਤਰ੍ਹਾਂ ਹੁੰਦਾ। ਤੇ ਬਾਕੀ ਦੂਸਰਾ ਕ੍ਰਾਈਮ ਵੀ ਹੈਗਾ, ਜਿਹੜੇ ਕਿ ਛੋਟੇ ਮੋਟੇ, ਕੋਈ ਕਿਸੇ ਤੋਂ ਕੋਈ ਚੀਜ਼ ਖੋਹ ਕੇ ਨੱਠ ਗਿਆ, ਕਿਸੇ ਨੂੰ ਕੋਈ ਧਮਕੀ ਦੇ ਦਿੱਤੀ, ਇਸ ਤਰ੍ਹਾਂ ਦਾ ਕ੍ਰਾਈਮ ਵੈਸੇ ਸਾਰੀਆਂ ਡਾਊਨਟਾਊਨ ਸਿਟੀਜ਼ ਦੇ ਵਿੱਚ ਹੈਗਾ। ਹਾਂਜੀ, ਪਰ ਵੱਡੀ ਗੱਲ ਇਹ ਆ ਵੀ ਜਿਹੜਾ ਵਿਕਟੋਰੀਆ ਆ
ਉੱਥੇ ਦੇਖ ਲਓ ਸਾਡੀ ਸਾਰੀ ਵਜ਼ਾਰਤ ਬੈਠੀ ਆ, ਹਾਂਜੀ, ਉਹਦੇ ਆਲੇ ਦੁਆਲੇ ਜ਼ਿਆਦਾ ਕ੍ਰਾਈਮ ਆ। ਹੈਰਾਨ ਹੋ ਜਾਓਗੇ ਤੁਸੀਂ। ਹਾਂਜੀ, ਵੈਸੇ ਤਾਂ ਹੈਰਾਨੀ ਦੀ ਗੱਲ ਆ ਕਿ ਸਾਰਾ ਕ੍ਰਾਈਮ ਉੱਥੇ ਆਲੇ ਦੁਆਲੇ ਉਹਨਾਂ ਦੇ ਹੀ ਆ। ਤੇ ਡਾਕਟਰ ਸਾਹਿਬ ਵੈਸੇ ਨਾ ਇੱਕ ਸਟੈਟਿਸਟਿਕਸ ਕੈਨੇਡਾ ਵੱਲੋਂ ਵੀ ਇੱਕ ਰਿਪੋਰਟ ਜਿਹੜੀ ਹੈਗੀ ਆ ਉਹ ਜਾਰੀ ਕੀਤੀ ਗਈ ਆ। ਇਹ ਰਿਪੋਰਟ ਕਾਫੀ ਜ਼ਿਆਦਾ ਇੰਟਰਸਟਿੰਗ ਆ। ਇਹਦੇ ਵਿੱਚ ਇਹ ਕਿਹਾ ਗਿਆ ਵੀ ਜਿਹੜੇ ਨਿਊਫਾਊਂਡਲੈਂਡ ਤੇ ਲੈਬਰਾਡੋਰ ਵਿੱਚ ਰਹਿਣ ਵਾਲੇ ਲੋਕ ਆਪਣੀ ਜ਼ਿੰਦਗੀ ਤੋਂ ਜ਼ਿਆਦਾ ਸੰਤੁਸ਼ਟ ਆ ਐਜ਼ ਕੰਪੇਅਰ ਟੂ ਜਿਹੜੇ ਅਦਰ ਪ੍ਰੋਵਿੰਸਿਸ ਹੈਗੇ ਆ। ਤੇ ਜਿਹੜੇ BC 'ਚ ਰਹਿਣ ਵਾਲੇ ਲੋਕ ਆ ਉਹ ਸਭ ਤੋਂ ਘੱਟ ਸੰਤੁਸ਼ਟ ਆ। ਜੇ ਕਹਿ ਲਿਆ ਜਾਵੇ ਉਹਨਾਂ ਨੂੰ ਬਿਲਕੁਲ ਵੀ ਸੰਤੁਸ਼ਟੀ ਨਹੀਂ ਹੈਗੀ ਆਪਣੀ ਜ਼ਿੰਦਗੀ ਤੋਂ। ਤੇ ਜੇ ਆਪਾਂ ਓਨਟੇਰੀਓ ਦੀ ਗੱਲ ਕਰਦੇ ਆ ਤੇ ਜਿਹੜੇ ਉੱਥੇ ਦੇ ਲੋਕ ਆ ਉਹ ਜ਼ਿਆਦਾਤਰ ਲੋਨਲੀ ਨੇ। ਤੁਸੀਂ ਕੀ ਕਹਿਣਾ ਚਾਹੋਗੇ ਇਸ ਰਿਪੋਰਟ ਤੇ? ਐਕਚੁਅਲੀ ਜਿਹੜੀ ਤੁਸੀਂ ਦੁਨੀਆ ਭਰ ਦੀ ਰਿਪੋਰਟਸ ਦੇਖਦੇ ਆ ਜਿੱਥੇ ਬੰਦਿਆਂ ਨੂੰ ਸੰਤੁਸ਼ਟ ਕਿਹਾ ਜਾਂਦਾ, ਹੈਪੀ ਕਿਹਾ ਜਾਂਦਾ, ਖੁਸ਼ ਆ ਲੋਕ, ਉਹ ਲੋਕ ਖੁਸ਼ ਆ ਜਿਹੜੇ ਤੇਜ਼ ਰਫ਼ਤਾਰ ਜ਼ਿੰਦਗੀ ਤੋਂ ਬਚੇ ਹੋਏ ਨੇ। ਹਾਂਜੀ, ਜਿਹੜੀ ਸਾਨੂੰ ਮਾਰਦੀ ਚੀਜ਼ ਉਹੀ ਆ ਜਿਹੜੀ ਨੱਠੇ ਭੱਜ। ਤੁਸੀਂ ਦੇਖਦੇ ਆ ਟਿਮ ਹਾਰਟਨ ਦੇ ਸਵੇਰੇ ਸਵੇਰੇ ਖੜੇ ਹੁੰਦੇ ਲੋਕੀ ਜਿਨ੍ਹਾਂ ਦੇ ਕੋਲ ਕੌਫੀ ਬਣਾਉਣ ਦਾ ਟਾਈਮ ਹੈ ਨਹੀਂ। ਹਾਂਜੀ, ਉਹ ਕੌਫੀ ਲੈ ਕੇ ਆਪਣੀਆਂ ਕਾਰਾਂ 'ਚ ਬੈਠੇ। ਹਾਂਜੀ, ਕੌਫੀ ਕੋਈ ਖਾ ਵੀ ਰਿਹਾ, ਕਈ ਡੋਨਟ ਵੀ ਖਾਣ ਡਏ ਜਾਂਦੇ ਜਾਂਦੇ। ਹਾਂਜੀ, ਤੇ ਕਈ ਮੈਂ ਦੇਖਿਆ ਕੁੜੀਆਂ ਵਿਚਾਰੀਆਂ ਉਹ ਸਵੇਰੇ ਹੀ ਉੱਠ ਕੇ ਆ ਜਾਂਦੀਆਂ, ਕਿਤੇ ਲਾਈਟਾਂ ਤੇ ਖੜੀਆਂ ਆਪਣੀਆਂ ਸੁਰਖੀ ਬਿੰਦੀ ਲਾਉਣ ਡਈਆਂ ਹੁੰਦੀਆਂ। ਉਹਨਾਂ ਦੇ ਕੋਲ ਮਤਲਬ ਆਪਣਾ ਮੇਕਅਪ ਹੀ ਕਰਨ ਦੀ ਟਾਈਮ ਹੈ ਨਹੀਂ ਉਹਨਾਂ ਦੇ ਕੋਲ। ਹਾਂਜੀ, ਤੇ ਇਹਨਾਂ ਨੇ ਦੁਖੀ ਹੋਣਾ, ਹੋਰ ਕੀ ਹੋਣਾ ਜੀ। ਤੇ ਦੋ ਪਹਿਲੂ ਆ ਇਹਦੇ ਰਿਸਰਚ ਦੇ। ਇੱਕ ਤਾਂ ਹੈਗਾ ਆ ਕਿ ਤੁਹਾਡੇ ਸੋਸ਼ਲ ਕਨੈਕਸ਼ਨ ਹੈਗੇ ਇੱਕ ਦੂਜੇ ਨਾਲ, ਸਮਾਜਿਕ ਸੰਬੰਧ, ਜਿੱਦਾਂ ਪਰਿਵਾਰ ਹੈਗਾ, ਐਕਸਟੈਂਡਡ ਫੈਮਿਲੀ ਆ, ਤੁਹਾਡਾ ਸਮਾਜ ਆ, ਉਹਦੇ ਵਿੱਚ ਇਹ ਪਰਖਦੇ ਆ ਔਰ ਪੁੱਛਦੇ ਵੀ ਆ ਲੋਕਾਂ ਤੋਂ ਕਿ ਤੁਸੀਂ ਜੇ ਕਿਤੇ ਗਿਰ ਜਾਓ, ਮਤਲਬ ਆਪਣੀ ਗਿਰ ਦਾ ਮਤਲਬ ਇਹ ਨਹੀਂ ਵੀ ਤੁਸੀਂ ਫਿਜ਼ੀਕਲੀ ਗਿਰ ਜਾਓ, ਮਤਲਬ ਜੇ ਤੁਹਾਡੇ ਕੋਈ ਮੁਸ਼ਕਲ ਆ ਜਾਵੇ, ਤੁਹਾਡਾ ਕੋਈ ਪਰਿਵਾਰ ਹੈ, ਤੁਹਾਨੂੰ ਸਮਾਜ ਕੋਈ ਸੰਭਾਲਣਾ ਹੈ, ਮੋਰਲ ਸਪੋਰਟ ਲਈ, ਤੇ ਉਹ ਬੰਦੇ ਨਿਊਫਾਊਂਡਲੈਂਡ ਦੇ ਵਿੱਚ ਸਮਝਦੇ ਆ ਸਭ ਤੋਂ ਜ਼ਿਆਦਾ ਬਈ ਸਾਡੇ ਪਿੱਛੇ ਲੋਕ ਖੜੇ ਆ। ਵੈਸੇ ਡਾਕਟਰ ਸਾਹਿਬ ਮੈਂ ਤੁਹਾਨੂੰ ਦੱਸਦੀ ਹਾਂ ਮੇਰਾ ਜਿਹੜਾ ਐਕਸਪੀਰੀਅੰਸ ਆ, ਮੈਂ ਨਿਊਫਾਊਂਡਲੈਂਡ 'ਚ ਰਹੀ ਆ ਜੀ। ਤੇ ਬੈਸਟ ਤੁਸੀਂ ਖੁਸ਼ੀ ਵਾਲੀ ਜਗ੍ਹਾ ਤੋਂ ਸਭ ਤੋਂ ਗਮ ਵਾਲੀ ਜਗ੍ਹਾ ਤੇ ਆ ਗਏ। ਨਿਊਫਾਊਂਡਲੈਂਡ ਨੰਬਰ 1 ਆ ਔਰ BC ਸਭ ਤੋਂ ਥੱਲੇ ਆ। ਹਾਂਜੀ, ਜਦੋਂ ਮੈਂ ਇਹ ਰਿਪੋਰਟ ਪੜ੍ਹੀ, ਵੈਸੇ ਮੈਂ ਤੁਹਾਨੂੰ ਦੱਸਦੀ ਹਾਂ ਜਦੋਂ ਕਦੇ ਵੀ ਤੁਹਾਨੂੰ ਖੁਸ਼ੀ ਪਸੰਦ ਨਹੀਂ ਆਈ? ਮੈਨੂੰ ਖੁਸ਼ੀ ਬਹੁਤ ਪਸੰਦ ਸੀ ਡਾਕਟਰ ਸਾਹਿਬ। ਤੁਸੀਂ ਇਹ ਸੋਚ ਲਓ ਮੈਂ ਨਿਊਫਾਊਂਡਲੈਂਡ ਦਾ ਕੋਈ ਬੰਦਾ ਨਾਂ ਲੈ ਲੈਂਦਾ ਜਾਂ ਮੈਂ ਨਿਊਜ਼ 'ਚ ਦੇਖ ਲੈਂਦੀ ਆ ਨਾ, ਮੇਰਾ ਚਿਹਰਾ ਕਿੰਨਾ ਖਿੜ ਜਾਂਦਾ, ਮੈਂ ਬਹੁਤ ਖੁਸ਼ ਹੋ ਜਾਂਦੀ ਆ ਕਿਉਂਕਿ ਇਸ ਚੀਜ਼ ਨੂੰ ਮੈਂ ਉੱਥੇ ਐਕਸਪੀਰੀਅੰਸ ਕੀਤਾ। ਜਿਹੜੇ ਉੱਥੋਂ ਦੇ ਲੋਕ ਹੈਗੇ ਆ ਬਹੁਤ ਜ਼ਿਆਦਾ ਵੈਲਕਮਿੰਗ ਨੇ। ਉਹਨਾਂ ਨੂੰ ਫਰਕ ਨਹੀਂ ਪੈਂਦਾ ਕਿ ਤੁਸੀਂ ਕਿਸੇ ਹੋਰ ਕੰਟਰੀ ਤੋਂ ਉੱਥੇ ਗਏ ਹੋ। ਉੱਥੇ ਇੱਕ ਹੋਰ ਵੀ ਗੱਲ ਆ, ਜੇ ਮੰਨ ਲਓ ਵੀ ਕੋਈ ਬੰਦਾ ਖੁਸ਼ ਆ, ਛੋਟੀ ਜਿਹੀ ਕੋਈ ਨੂੰ ਕੁਝ ਖੁਸ਼ੀ ਮਿਲੀ ਆ, ਉਹਨੇ ਨਾਲ ਦੇ ਬੰਦੇ ਨੂੰ ਆ ਕੇ ਕਹਿਤਾ ਕਿ ਮੈਨੂੰ ਨਾ ਅੱਜ ਮੈਂ ਬਹੁਤ ਖੁਸ਼ ਆ, 4 ਬੰਦੇ ਹੋਰ ਆ ਕੇ ਬਹਿ ਜਾਂਦੇ ਨੇ ਤੇ ਉਹਦੀ ਖੁਸ਼ੀ ਦੇ ਵਿੱਚ ਬਹੁਤ ਖੁਸ਼ ਹੋ ਜਾਂਦੇ ਨੇ, ਉਹ ਆਪਣਾ ਕੰਮਕਾਰ ਸਾਰਾ ਕੁਝ ਛੱਡ ਕੇ। ਤੇ ਜੇ ਕਿਤੇ ਕੋਈ ਬੰਦਾ ਉਹਨਾਂ ਨੂੰ ਲੱਗਦਾ ਕਿ ਇਕੱਲਾ ਬੈਠਾ ਉਦਾਸ ਜਿਹਾ ਹੈਗਾ, ਉੱਥੇ ਵੀ ਜਾਂਦੇ ਨੇ ਉਹ, ਫਿਰ ਉਹਨੂੰ ਉੱਥੇ ਜਾ ਕੇ ਐਂਟਰਟੇਨ ਕਰਦੇ ਆ। ਤੇ ਬਾਕੀ ਉਹਨਾਂ ਦੇ ਕੋਲੇ ਇਹ ਨਹੀਂ ਹੈਗਾ ਵੀ ਜਿਵੇਂ ਭੱਜੂ ਜੀ ਕਰਦੇ ਫਿਰਦੇ ਨੇ ਵੀ ਜੇ ਕੋਈ ਕਿਤੇ ਡਿੱਗ ਗਿਆ ਆਪੇ ਉੱਠ ਜਾਊਗਾ ਬੰਦਾ। ਨੋ, ਉੱਥੇ ਮਤਲਬ ਕਿ ਮੋਰਲ ਸਪੋਰਟ ਬਹੁਤ ਜ਼ਿਆਦਾ, ਇੱਕ ਦੂਜੇ ਦੇ ਪ੍ਰਤੀ ਪਿਆਰ ਬਹੁਤ ਜ਼ਿਆਦਾ ਤੇ ਹੈਲਪਫੁਲ ਬਹੁਤ ਜ਼ਿਆਦਾ ਨੇ। ਉਹ ਇੱਕ ਦੂਜੇ ਦੀ ਮਦਦ ਬਹੁਤ ਕਰਦੇ ਆ। ਬਾਈ ਚਾਂਸ ਜੇ ਕੋਈ ਬੰਦਾ ਉਹਨੇ ਖੜਾ ਦੇਖਿਆ ਕਿ ਲਾਇਬ੍ਰੇਰੀ ਦੇ ਬਾਹਰ ਫੋਰ ਐਗਜ਼ਾਮਪਲ ਕੋਈ ਸਟੂਡੈਂਟ ਖੜਾ ਤੇ ਕਿਸੇ ਟੀਚਰ ਨੇ ਜਾਂ ਫਿਰ ਹੋਰ ਸਟੂਡੈਂਟਸ ਨੇ ਆ ਕੇ ਪੁੱਛਣਾ ਵੀ ਤੂੰ ਕਿਤੇ ਬਾਹਰ ਜਾਣਾ, ਉਹ ਰਾਈਡ ਦੇਣ ਤੱਕ ਚਲੇ ਜਾਂਦੇ ਆ, ਦੂਰ ਤੱਕ ਤੁਹਾਨੂੰ। ਮਤਲਬ ਇਹ ਸੋਸ਼ਲ ਕਨੈਕਸ਼ਨ ਨੂੰ ਕਹਿੰਦੇ ਸੋਸ਼ਲ। ਹਾਂਜੀ, ਬਹੁਤ ਵਧੀਆ ਜਗ੍ਹਾ ਡਾਕਟਰ ਸਾਹਿਬ, ਤੁਹਾਨੂੰ ਵੀ ਜਾਣਾ ਚਾਹੀਦਾ, ਉੱਥੇ ਸਭ ਨੂੰ ਜਾਣਾ ਚਾਹੀਦਾ। ਵੈਸੇ ਮੈਂ ਉੱਥੇ ਗਿਆ ਸੀ ਸਿਟੀਜ਼ਨਸ਼ਿਪ ਦੇਣ, ਤਕਰੀਬਨ 1 ਹਫ਼ਤਾ ਰਿਹਾ ਸੇਂਟ ਜੌਨ ਦੇ ਵਿੱਚ। ਹਾਂਜੀ, ਤੇ ਉੱਥੇ ਮੈਂ ਮਹਿਸੂਸ ਕੀਤਾ ਕਿ ਇਹ ਲੋਕ ਜ਼ਿਆਦਾ ਫਰੈਂਡਲੀ ਆ ਤੇ ਨਾਲੇ ਨੇਚਰ ਦੇ ਜ਼ਿਆਦਾ ਕਲੋਜ਼ ਆ। ਨੇਚਰ ਦੇ ਜ਼ਿਆਦਾ ਕਲੋਜ਼ ਵੀ ਆ। ਦੂਸਰੀ ਗੱਲ ਇਹਦੇ ਵਿੱਚ ਇਹ ਰਿਪੋਰਟ ਦੇ ਵਿੱਚ ਦੇਖਦੇ ਆ ਕਿ ਇੱਕ ਤਾਂ ਸੋਸ਼ਲ ਕਨੈਕਸ਼ਨ ਹੈ, ਫਿਰ ਜਿਹੜੀਆਂ ਸੇਵਾਵਾਂ ਨੇ ਜਿਵੇਂ ਹੈਲਥ ਕੇਅਰ ਆ, ਐਜੂਕੇਸ਼ਨ ਆ, ਓਲਡ ਏਜ ਪੈਨਸ਼ਨ ਹੈ, ਕੋਈ ਕਮਿਊਨਿਟੀ ਸੈਂਟਰਸ ਵਗੈਰਾ ਬਣਾਏ, ਇਹ ਉਹਦੇ ਵਿੱਚ ਦੇਖਦੇ ਕਿ ਲੋਕੀ ਇਹਨਾਂ ਤੋਂ ਸੰਤੁਸ਼ਟ ਨੇ ਜੀ। BC ਦੇ ਵਿੱਚ ਉਹ ਵੀ ਫਾਡੀ ਆਏ ਸਾਰਿਆਂ ਤੋਂ। ਹਾਂਜੀ, ਸਾਰੇ ਕੈਨੇਡਾ ਤੋਂ ਥੱਲੇ ਜੀ। ਤੇ ਨਿਊਫਾਊਂਡਲੈਂਡ ਦੇ ਵਿੱਚ ਭਾਵੇਂ ਕਿ ਸੇਵਾਵਾਂ ਇੰਨੀਆਂ ਹੋਣ ਚਾਹੇ ਨਾ ਹੋਣ, ਲੋਕੀ ਖੁਸ਼ ਆ
ਬਹੁਤ ਖੁਸ਼ ਹੈ। ਉੱਥੇ ਲੋਕੀ ਤੰਦਰੁਸਤ ਵੀ ਬਹੁਤ ਹੈ ਵੈਸੇ ਡਾਕਟਰ ਸਾਹਿਬ, ਉੱਥੇ ਲੋਕੀ ਵਾਕ ਵਗੈਰਾ ਤੁਰੇ ਫਿਰਦੇ ਆ, ਇੱਕ ਦੂਜੇ ਨੂੰ ਨਾ ਟਰੈਕਿੰਗ ਕਰਨ ਨੂੰ ਨਾਲ ਦੇ ਗਵਾਂਢੀ ਨੂੰ ਵੀ ਲੈ ਕੇ ਜਾਂਦੇ ਆ। ਜਿਵੇਂ ਹੁਣ ਇੱਥੇ ਸਾਨੂੰ ਮੋਸਟਲੀ ਸਾਰੇ ਜਾਣੇ ਬਿਜ਼ੀ ਆ, ਸਾਨੂੰ ਪਤਾ ਨਹੀਂ ਗਵਾਂਢ ਚ ਕੌਣ ਰਹਿੰਦਾ, ਉੱਥੇ ਸਭ ਨੂੰ ਇਹ ਪਤਾ ਹੁੰਦਾ ਕਿ ਟਾਊਨ ਚ ਕੌਣ ਕੌਣ ਰਹਿੰਦਾ। ਜਿੱਦਾਂ ਹੁਣ ਪਿੰਡਾਂ ਦੇ ਵਿੱਚ ਸਾਡੇ ਇਸ ਰਿਪੋਰਟ 'ਚ ਵੀ ਕਿਹਾ ਵੀ ਜਿਹੜੇ ਲੋਕੀ ਕੰਟਰੀ ਸਾਈਡ ਦੇ ਜਿਵੇਂ ਪੇਂਡੂ ਇਲਾਕੇ 'ਚ ਰਹਿੰਦੇ ਆ, ਹਾਂਜੀ, ਉਹ ਜ਼ਿਆਦਾ ਖੁਸ਼ ਆ, ਹਾਂਜੀ, ਸ਼ਹਿਰਾਂ ਵਾਲੇ ਜ਼ਿਆਦਾ ਦੁਖੀ ਆ, ਹਾਂਜੀ, ਜਿਹੜੇ ਡਾਊਨਟਾਊਨ ਰਹਿੰਦੇ ਹੋਣੇ ਉਹ ਜ਼ਿਆਦਾ ਉਦੋਂ ਵੀ ਵੱਧ ਦੁਖੀ ਹੋਣੇ ਆ, ਹਾਂਜੀ। ਤੇ ਹੁਣ ਪਿੰਡਾਂ ਦੇ ਵਿੱਚ ਲੋਕਾਂ ਨੂੰ ਪਤਾ ਹੁੰਦਾ ਫਲਾਣੇ ਦਾ, ਸਾਨੂੰ ਇਹ ਪਤਾ ਹੁੰਦਾ ਸੀ ਵੀ ਇਸ ਘਰ ਦੇ ਵਿੱਚ ਅਸੀਂ ਉਹ ਬੰਦੇ ਕਦੇ ਦੇਖੇ ਹੀ ਨਹੀਂ ਪਿੰਡ ਦੇ ਵਿੱਚ। ਸਾਨੂੰ ਇਹ ਪਤਾ ਹੁੰਦਾ ਇਹ ਸਿੰਗਾਪੁਰ 'ਚ ਬੈਠੇ ਆ, ਇਹ ਬੰਦੇ ਇੰਗਲੈਂਡ 'ਚ ਬੈਠੇ ਆ, ਇਹ ਬੰਦੇ ਕੈਨੇਡਾ 'ਚ ਗਏ ਆ, ਆਹ ਬੰਦੇ US 'ਚ ਗਏ। ਉੱਥੇ ਛੋਟਿਆਂ ਹੁੰਦਿਆਂ ਨੂੰ ਅਸੀਂ ਪੁੱਛਦੇ ਨਾ ਦਾਦੀ ਨੂੰ ਵੀ ਆਹ ਘਰ ਕਿਹਦਾ ਆ, ਹਾਂਜੀ, ਕਿਉਂਕਿ ਲੋਕਾਂ ਨੇ ਬਣਾਇਆ ਹੁੰਦਾ ਇੱਥੇ ਭੂਤ ਰਹਿੰਦੇ ਆ, ਹਾਂਜੀ, ਤੇ ਉਹ ਫਿਰ ਦੱਸਦੇ ਆ ਕਿ ਇੱਥੋਂ ਉੱਠ ਕੇ ਚੱਲ ਗਏ ਸੀ ਸਿੰਗਾਪੁਰ ਜਾ ਕੇ ਬੈਠੇ, ਹਾਂਜੀ। ਤੇ ਇਹ ਜਿਹੜਾ ਸ਼ਹਿਰਾਂ ਦਾ ਇੱਥੇ ਕੋਈ ਰਿਵਾਜ ਹੀ ਨਹੀਂ, ਜਿਹੜਾ ਖਾਲੀ ਜਗ੍ਹਾ ਪਹਿਲਾਂ ਤਾਂ ਪਈ ਨਹੀਂ ਹੁੰਦੀ, ਜੇ ਪਈ ਹੋਵੇ ਤਾਂ ਕੋਈ ਧਿਆਨ ਨਹੀਂ ਦਿੰਦਾ, ਹਾਂਜੀ, ਕਿਸੇ ਨੂੰ ਕੋਈ ਮਤਲਬ ਨਹੀਂ ਉਹਦਾ। ਅੱਛਾ, ਇੱਕ ਜਿਹੜੇ ਅਸੀਂ ਗੱਲ ਅੱਗੇ ਵੀ ਕੀਤੀ ਹੈ ਬਲੂ ਜ਼ੋਨ ਦੀ ਨਾ, ਜਿੱਥੇ ਖੁਸ਼ ਰਹਿੰਦੇ ਲੋਕੀ ਜੀ ਤੇ ਲੰਬੀ ਉਮਰ ਰਹਿੰਦੇ ਆ, ਹਾਂਜੀ। ਇੱਕ ਗ੍ਰੀਸ ਦਾ ਆਈਲੈਂਡ ਆ ਉੱਥੇ, ਉਹ ਕਹਿੰਦਾ ਕੋਈ ਬਜ਼ੁਰਗ ਸੀ 100 ਬਹੁਤਾ ਤਾਂ ਨਹੀਂ ਉੱਥੇ ਦੇ ਹਿਸਾਬ ਦੇ ਨਾਲ 102 ਸਾਲ ਦਾ ਸੀ ਉਹ, ਉਹਦੀ ਇੰਟਰਵਿਊ ਕਰਦਾ ਬੰਦਾ, ਉਹ ਦੱਸਦਾ ਕਹਿੰਦਾ ਕਿ ਤੁਸੀਂ ਆਉਨੇ ਆ ਇੱਕ ਸਾਡੇ ਤੋਂ ਪੁੱਛਣ, ਇੱਕ ਤਾਂ ਉਹ ਦੁਖੀ ਸੀ ਵੀ ਲੋਕੀ ਇੱਥੇ ਇੰਟਰਵਿਊ ਬਹੁਤ ਕਰਨ ਆਉਂਦੇ ਆ, ਉਹ ਕਹਿੰਦਾ ਤੁਸੀਂ ਆਉਨੇ ਆ ਕਿ ਸਾਨੂੰ ਇੱਕ ਨੁਕਤਾ ਕੋਈ ਮਿਲ ਜਵੇ ਲੰਮੀ ਉਮਰ ਲਈ। ਕਹਿੰਦਾ ਜਿੱਦਾਂ ਮੈਂ ਕਿਸੇ ਬੰਦੇ ਨੂੰ ਇੰਟਰਵਿਊ ਦੇ ਰਿਹਾ ਸੀ ਤੇ ਉਹਨੂੰ ਮੈਂ ਕਹਿਤਾ, ਉਹਨੇ ਕਿਹਾ ਵੀ ਤੂੰ ਦੁੱਧ ਪੀਣਾ, ਕਹਿੰਦਾ ਮੈਂ ਕਿਹਾ ਵੀ ਪੀਣਾ, ਵੀ ਮੇਰੇ ਬੱਕਰੀ ਆ ਆਪਣੀ। ਕਹਿੰਦਾ ਉਹਨੇ ਫਟਾਫਟ ਨੋਟ ਲਿਖਣ ਕਰਨਾ ਸ਼ੁਰੂ ਕਰਤਾ, ਮੈਂ ਵੀ ਸੁਣਿਆ ਬੱਕਰੀ ਦਾ ਦੁੱਧ ਚੰਗਾ ਹੁੰਦਾ, ਮੈਂ ਵੀ ਸੁਣਿਆ ਆਹ ਹੁੰਦੀ ਆਹ ਹੁੰਦੀ। ਕਹਿੰਦਾ ਮੈਂ ਕਿਹਾ ਸੋਚ ਕੇ ਗੱਲ ਕਰੀ, ਬੱਕਰੀ ਦਾ ਦੁੱਧ ਤਾਂ ਮੈਂ ਹੀ ਪੀਣਾ, ਮੇਰਾ ਗੁਆਂਢੀ ਜਿਹੜਾ ਇਹ ਦੁੱਧ ਪੀਂਦਾ ਹੀ ਨਹੀਂ, ਇਦੋਂ ਅਗਲਾ ਜਿਹੜਾ ਗੁਆਂਢੀ ਆ ਉਹ ਮੇਰੇ ਨਾਲ ਵੀ ਜ਼ਿਆਦਾ ਉਮਰ ਦਾ ਆ, ਉਹ ਗਾਂ ਦਾ ਦੁੱਧ ਪੀਂਦਾ। ਉਹ ਕਹਿੰਦਾ ਤੁਸੀਂ ਉਹਦਾ ਮਤਲਬ ਸੀ ਕਿ ਤੁਸੀਂ ਇੱਕ ਨੁਕਤਾ ਲੱਭਦੇ ਫਿਰਦੇ, ਹਾਂਜੀ, ਇਹ ਇੱਕ ਨੁਕਤਾ ਨਹੀਂ ਆ, ਇਹ ਹੈਗਾ ਵੀ ਆਮ ਜ਼ਿੰਦਗੀ ਕਿੱਦਾਂ ਜੀਣੀ ਹੈ, ਓਵਰਆਲ ਜਿਹੜੀ ਲਾਈਫ ਓਵਰਆਲ ਆ। ਅਸੀਂ ਸਾਰੇ 2 ਪੀੜ੍ਹੀਆਂ 3 ਪੀੜ੍ਹੀਆਂ 4 ਪੀੜ੍ਹੀਆਂ ਇੱਕ ਹੀ ਘਰ 'ਚ ਰਹਿੰਦੇ ਹਾਂ, ਹਾਂਜੀ। ਅੱਛਾ, ਫਿਰ ਦੂਜਾ ਨੱਠੇ ਭੱਜੇ ਨਹੀਂ ਫਿਰਦੇ। ਜੇ ਕਿਸੇ ਨੇ ਕਿਹਾ ਵੀ ਕੋਈ ਗੱਲ ਨਹੀਂ ਸਵੇਰ ਨੂੰ 9 ਵਜੇ ਉੱਠ ਕੇ ਚੱਲ ਜਾਵਾਂਗੇ, 9 ਵਜੇ ਚੱਲ ਜਾਣਾ, ਇਹ ਜ਼ਰੂਰੀ ਨਹੀਂ ਵੀ 5 ਵਜੇ ਜਾ ਕੇ ਤਾਂ ਕਾਰਡ ਪੰਚ ਕਰਨਾ ਹੈ, ਹਾਂਜੀ। ਇਹ ਵੀ ਤਾਂ ਟੈਨਸ਼ਨ ਹੈ ਨਾ, ਜਾ ਕੇ ਆ ਤੁਸੀਂ ਦੇਖਦੇ ਆ ਸੜਕਾਂ ਤੇ ਇੱਕ ਦੂਜੇ ਨਾਲ ਕਾਰਾਂ ਖੱਬੇ ਦੀ ਜਾਂਦੇ, ਸੱਜੇ ਦੀ ਜਾਂਦੇ, ਖੱਬੇ ਦੀ ਜਾਂਦੇ। ਅੱਛਾ, ਉਹ ਤੁਹਾਡੇ ਮਾਰਨ ਲਈ ਤਿਆਰ ਹੁੰਦੇ ਆ, ਇਸ ਕਰਕੇ ਦੁਖੀ ਹੋ ਜਾਂਦੇ ਕਿ ਉਹ 2 ਮਿੰਟ ਲੇਟ ਉੱਠੇ ਹੁੰਦੇ। ਜਿਹੜਾ ਬੰਦਾ ਸਪੀਡ ਲਿਮਿਟ 'ਚ ਜਾ ਰਿਹਾ ਹੁੰਦਾ ਉਹ ਤੋਂ ਵੀ ਦੁਖੀ ਹੁੰਦੇ ਆ ਵੀ ਸਪੀਡ ਲਿਮਿਟ 'ਚ ਕਿਉਂ ਜਾ ਰਿਹਾ। ਮੇਰੇ ਤੋਂ ਤਾਂ ਬਹੁਤ ਦੁਖੀ ਹੁੰਦੇ। ਇਹ ਛੋਟੀਆਂ ਛੋਟੀਆਂ ਗੱਲਾਂ ਟੈਨਸ਼ਨ ਹੀ ਕਰਦੀਆਂ ਸਾਨੂੰ, ਹਾਂਜੀ। ਫਿਰ ਅੱਛਾ ਅਸੀਂ ਕੀ ਕਰਦੇ ਹਾਂ, ਇੱਕ ਡਾਕਟਰ ਪੈਂਪਲੇ ਹੁੰਦਾ ਸੀ ਉੱਥੇ ਸੋਸ਼ੀਓਲੋਜਿਸਟ ਪੰਜਾਬ ਯੂਨੀਵਰਸਿਟੀ ਦੇ ਵਿੱਚ, ਉਹ ਕਹਿੰਦੇ ਇੱਕ ਵਾਰੀ ਰਿਪੋਰਟ ਆਈ ਸਾਡੇ ਇੱਥੇ ਕਿ ਹੈਪੀਨੈਸ ਜਿਹੜਾ ਇੰਡੈਕਸ ਕੀ ਆ। ਮੈਂ ਉਹਨਾਂ ਨੂੰ ਪੁੱਛਣ ਲੱਗ ਪਿਆ, ਮੈਂ ਕਿਹਾ ਤੁਹਾਨੂੰ ਕਿੱਦਾਂ ਲੱਗਦਾ ਵੀ ਹਿੰਦੁਸਤਾਨ ਦੇ ਲੋਕੀ ਖੁਸ਼ ਹੈ, ਹਾਂਜੀ। ਉਹ ਕਹਿੰਦਾ ਪ੍ਰੋਬਲਮ ਇੱਥੇ ਖੁਸ਼ੀ ਦੀ ਨਹੀਂ ਹੈ, ਲੋਕੀ ਖੁਸ਼ ਵੀ ਬਹੁਤ ਹੈ, ਪਰ ਪ੍ਰੋਬਲਮ ਇਹ ਆ ਵੀ ਜਿਹੜੇ ਲੋਕ ਖੁਸ਼ ਆ ਉਹਨਾਂ ਦੇ ਗੁਆਂਢੀ ਇਸ ਕਰਕੇ ਦੁਖੀ ਆ ਵੀ ਇਹ ਖੁਸ਼ ਕਿਉਂ ਆ। ਇਸ ਕਰਕੇ ਕਹਿੰਦਾ ਸਾਡੀ ਗਿਣਤੀ ਜਿਹੜੀ ਨਾ ਖੁਸ਼ੀਆਂ ਦੀ ਜ਼ਿਆਦਾ ਆ, ਅਸੀਂ ਕਿਸੇ ਦਾ ਸੁੱਖ ਨਹੀਂ ਸਹਿ ਸਕਦੇ, ਦੁੱਖ ਹੋਵੇ ਤਾਂ ਮਜ਼ੇ ਨਾਲ ਗੱਲ ਕਰਾਂਗੇ, ਹਾਂਜੀ, ਪਰ ਜੇ ਕੋਈ ਸੁਖੀ ਬੰਦਾ ਬੈਠਾ ਹੋਵੇ ਉਹ ਤਾਂ ਚਿੜਦੇ ਆ ਵੀ ਇਹ ਕਿਵੇਂ ਸੁਖੀ ਬੈਠਾ ਇੱਥੇ। ਸੋ ਇਸ ਕਰਕੇ ਇੱਕ ਜਿਹੜੀ ਹੈਪੀਨੈਸ ਇੰਡੈਕਸ ਆ ਇਕੱਲਾ ਸਿਰਫ ਇਹੀ ਨਹੀਂ ਹੈ ਵੀ ਲੋਕਾਂ ਦੇ ਕੋਲ ਸਭ ਕੁਝ ਹੋਵੇ, ਹਾਂਜੀ, ਸਭ ਕੁਝ ਨਹੀਂ ਹੁੰਦਾ ਹਰੇਕ ਦੇ ਕੋਲ। ਆਪਣੇ ਜਿੱਦਾਂ ਅਰਬੀ ਲੋਕਾਂ ਦੀ ਇੱਕ ਕਹਾਵਤ ਹੈ, ਉਹ ਕਹਿੰਦੇ ਜਿਸ ਬੰਦੇ ਦੀ ਤਮੰਨਾ ਪੂਰੀ ਹੋਵੇ ਨਾ ਉਹ ਦੁਨੀਆ ਦਾ ਸਭ ਤੋਂ ਅਮੀਰ ਬੰਦਾ ਹੁੰਦਾ, ਹਾਂਜੀ। ਤਮੰਨਾ ਕਦੇ ਕਿਸੇ ਦੀ ਪੂਰੀ ਨਹੀਂ ਹੁੰਦੀ ਜੀ, ਬਿਲਕੁਲ। ਤੇ ਕਈ ਸੈਟਿਸਫੈਕਸ਼ਨ ਕਈ ਲੋਕਾਂ ਨੂੰ ਹੁੰਦੀ ਨਹੀਂ, ਚਾਹੇ ਮੰਨ ਲਓ ਵੀ ਉਹਨਾਂ ਦੀ ਲਾਈਫ 'ਚ ਸਾਰਾ ਕੁਝ ਵੈਸੇ ਆਪਾਂ ਦੇਖਦੇ ਜੇ ਅਚੀਵ ਕੀਤਾ ਆਪਣੀ ਪ੍ਰੋਫੈਸ਼ਨਲ ਲਾਈਫ ਦੇ ਵਿੱਚ, ਪਰਸਨਲ ਲਾਈਫ ਦੇ ਵਿੱਚ ਵੀ ਉਹਨਾਂ ਦੇ ਸਾਰਾ ਕੁਝ ਠੀਕ ਠਾਕ ਹੈਗਾ, ਉਹ ਤੋਂ ਬਾਅਦ ਵੀ ਉਹ ਖਿਜੇ ਜਿਹੇ ਰਹਿੰਦੇ ਆ, ਸੈਟਿਸਫਾਈਡ ਨਹੀਂ ਹੁੰਦੇ ਹੈਗੇ, ਵੀ ਰੱਬ ਦਾ ਵੀ ਸ਼ੁਕਰ ਨਹੀਂ ਕਰਦੇ ਵੀ ਸਾਡੀ ਜ਼ਿੰਦਗੀ 'ਚ ਸਾਰਾ ਕੁਝ ਪਰਫੈਕਟ ਹੈਗਾ, ਫਿਰ ਵੀ ਪਤਾ ਨਹੀਂ ਕਿਹੜਾ ਸਟ੍ਰੈਸ ਚੱਕੀ ਫਿਰਦੇ ਹੁੰਦੇ ਆ ਆਪਣੇ ਸਿਰ ਤੇ।
ਉਹ ਕਹਿੰਦੇ ਨੇ ਇਦਾਂ ਦਾ ਕੋਈ ਬੰਦਾ ਸਭ ਕੁਝ ਸੀ ਉਹਦੇ ਕੋਲ, ਫੇਰ ਵੀ ਜਦੋਂ ਤੁਰਿਆ ਜਾਂਦਾ ਤਾਂ ਰੱਬ ਨੂੰ ਗਾਲਾਂ ਕੱਢਦਾ ਜਾਂਦਾ, ਤੂੰ ਯਾਰ ਮੇਰੇ ਨਾਲ ਕੱਲ ਕੀ ਕੀਤੀ, ਪਰਸੋਂ ਕੀ ਕੀਤੀ, ਮੇਰੀ ਲਾਟਸ ਦੀਆਂ ਕੀਮਤਾਂ ਹੋਰ ਘਟ ਗਈਆਂ, ਕੀ 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 ਖਟਿਆ ਮੈਂ। ਉਹ ਮੋਹਰੇ ਬੰਦਾ ਕੋਈ ਤੁਰਿਆ ਆਵੇ, ਉਹਦੇ ਨਾ ਪੈਰ ਨਾ ਹੱਥ ਉਹ ਰਿੜਿਆ ਆਵੇ, ਤਾਂ ਫਿਰ ਉਹ ਪਿੱਛੇ ਨੂੰ ਮੁੜ ਕੇ ਦੇਖ, ਕਹਿੰਦਾ ਰੱਬਾ ਮਾਫ਼ ਕਰੀ, ਮੇਰੇ ਤੋਂ ਗਲਤੀ ਹੋ ਗਈ, ਤੂੰ ਸਭ ਕੁਝ ਹੀ ਦਿੱਤਾ ਹੈ। ਡਿਪੈਂਡ ਕਰਦਾ ਪਰਸਪੈਕਟਿਵ ਤੁਹਾਡਾ ਕਿਦਾਂ ਦਾ। ਹਾਂਜੀ। ਤੇ ਤੁਸੀਂ ਖੁਸ਼ ਰਹਿਣਾ ਹੈ ਤਾਂ ਦੇਖੋ ਵੀ ਦੁਖੀ ਕਿੰਨੇ ਲੋਕੀ ਹੈ। ਜੀ ਬਿਲਕੁਲ। ਡਾਕਟਰ ਸਾਹਿਬ ਰੁੱਖ ਕਰਦੇ ਆ ਅਗਲੀ ਖਬਰ ਵੱਲ। ਵੈਸੇ ਦੇਖੋ ਵੀ ਹਰ ਕੋਈ ਜਿਹੜਾ ਬੰਦਾ ਆ ਉਹ ਕੰਮ ਕਰਨਾ ਚਾਹੁੰਦਾ, ਹਫਤੇ ਦੇ ਵਿੱਚ 5 ਦਿਨ ਲੈਟਸ ਸੇ ਕਿ ਜਿੱਦਾਂ 5 ਦਿਨ ਦਾ ਸਾਰੇ ਕਰਨੇ ਹੀ ਚਾਹੁੰਦੇ ਕਿ 2 ਦਿਨ ਸਾਰਿਆਂ ਨੂੰ ਆਫ ਚਾਹੀਦੇ ਹੁੰਦੇ ਆ। ਜਿਹੜੇ 2 ਦਿਨ ਆਫ ਚਾਹੀਦੇ ਹੁੰਦੇ ਉਹਨਾਂ ਨੇ ਆਪਣੇ ਘਰ ਦੇ ਘਰੇਲੂ ਕੰਮਕਾਜ ਵੀ ਕਰਨੇ ਹੁੰਦੇ ਆ ਤੇ ਥੋੜਾ ਜਿਹਾ ਆਪਣੇ ਆਪ ਨੂੰ ਵੀ ਟਾਈਮ ਦੇਣਾ ਹੁੰਦਾ, ਪਰ ਕਈਆਂ ਨੂੰ ਮਿਲਦਾ ਨਹੀਂ ਹੈਗਾ ਆਫ। ਕਈਆਂ ਨੂੰ 6 ਦਿਨ ਕੰਮ ਕਰਨਾ ਪੈਂਦਾ ਤੇ ਕਈਆਂ ਨੂੰ ਫਿਰ 7 ਦਿਨ ਵੀ ਕੰਮ ਕਰਨਾ ਪੈ ਜਾਂਦਾ। ਹੁਣ ਨਾ 4 ਡੇ ਵਰਕ ਵੀਕ ਦੀ ਗੱਲ ਚੱਲ ਰਹੀ ਆ, ਕਈ ਦੇਸ਼ਾਂ ਨੇ ਐਕਸਪੈਰੀਮੈਂਟ ਕੀਤੇ ਨੇ ਤੇ ਜਿਹੜੇ 4 ਡੇ ਵਰਕ ਵੀਕ ਤੇ ਐਕਸਪੈਰੀਮੈਂਟਸ ਹੋਏ ਆ ਸਾਰੇ ਕਾਮਯਾਬ ਰਹੇ ਨੇ। ਇਹਦੇ ਨਾਲ ਦੇਖੋ ਤੁਸੀਂ ਜਿਹੜੇ EMPLOYEES ਆ ਉਹਨਾਂ ਦਾ ਕੰਮ ਪ੍ਰਤੀ ਇੰਟਰਸਟ ਕਾਫੀ ਜ਼ਿਆਦਾ ਵਧਿਆ, ਪ੍ਰੋਡਕਟਿਵਿਟੀ ਵਧੀ ਹੈਗੀ ਆ, ਸਟ੍ਰੈਸ ਲੈਵਲ ਘਟਿਆ ਹੈਗਾ ਤੇ ਹੁਣ ਜ਼ਿਆਦਾਤਰ ਜਿਹੜੀਆਂ ਕੰਪਨੀਆਂ ਹੈਗੀਆਂ ਨੇ ਇਹਨੂੰ ਅਡਾਪਟ ਕਰ ਰਹੀਆਂ ਨੇ। ਪਰ ਹਜੇ ਵੀ ਕੁਝ ਹੈਗੇ ਆ ਲੋਕ ਜਿਹੜੇ ਸੋਚਦੇ ਆ ਕਿ ਜੇ 4 ਡੇ ਵਰਕ ਵੀਕ ਆਉਂਦਾ, ਕਿਉਂਕਿ 4 ਜਦੋਂ ਆ ਜਾਂਦਾ ਨਾ ਅੱਗੇ ਤਾਂ ਇਹ ਕਈ EMPLOYERS ਤਾਂ ਬਸ ਇਹੀ ਸੁਣ ਕੇ ਉਹਨਾਂ ਨੂੰ ਲੱਗਦਾ ਕਿ ਹਾਏ 4 ਦਿਨ ਹੀ ਕੰਮ ਕਰਵਾਉਣਾ ਸਿਰਫ, ਹੁਣ ਪਤਾ ਨਹੀਂ ਵੀ ਸਾਡਾ ਕਿੰਨਾ ਕੁ ਨੁਕਸਾਨ ਹੋ ਜਾਣਾ। ਇਹ ਜਿਹੜੀ ਰਿਪੋਰਟ ਹੈਗੀ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ ਇੰਡਸਟਰੀਅਲ ਰੈਵੋਲੂਸ਼ਨ ਤੋਂ ਬਾਅਦ ਨਾ ਜਿਹੜਾ ਵਰਕਿੰਗ ਡੇ ਸੀ 27 ਦਿਨ ਸੀ ਔਰ ਇੰਨੇ ਘੰਟੇ ਕੰਮ ਕਰਾਉਂਦੇ ਹੁੰਦੇ ਸੀ ਕਿ ਕਈ ਵਾਰੀ ਵਰਕਰਸ ਕੋਲੈਪਸ ਹੋ ਜਾਂਦੇ ਸੀ ਉੱਥੇ ਜੌਬ ਤੇ। ਜੀ ਜਿਹੜੀ ਪਹਿਲੀ ਲੇਬਰ ਲੈਜਿਸਲੇਸ਼ਨ ਇੰਗਲੈਂਡ ਦੇ ਵਿੱਚ ਸ਼ੁਰੂ ਹੋਈ ਹੈ ਨਾ, ਉਹ 'ਚ ਪਹਿਲਾਂ ਉਹਨਾਂ ਨੇ ਚਾਈਲਡ ਲੇਬਰ ਬਾਰੇ ਗੱਲ ਕੀਤੀ, ਬੱਚਿਆਂ ਦੀ। ਹਾਂਜੀ। ਉਹਦੇ ਵਿੱਚ ਇਹ ਲਿਖਿਆ ਗਿਆ ਕਿ 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਤੁਸੀਂ ਇੱਕ ਦਿਨ ਵਿੱਚ 14 ਘੰਟੇ ਤੋਂ ਵੱਧ ਨਹੀਂ ਲਵਾ ਸਕਦੇ। ਦੇਖੋ ਇਹ 8 ਘੰਟਿਆਂ ਵਾਲਾ ਕਨਸੈਪਟ ਤਾਂ ਬਹੁਤ ਬਾਅਦ ਦੀ ਗੱਲ ਹੈ। ਜੀ 1886 ਦੇ ਵਿੱਚ ਸ਼ਿਕਾਗੋ ਮਈ 1 ਨੂੰ ਵਰਕਰਸ ਨੇ ਸਟ੍ਰਾਈਕ ਕੀਤੀ ਕਿ ਸਾਨੂੰ 8 ਘੰਟੇ ਦਾ ਦਿਨ ਹੋਣਾ ਚਾਹੀਦਾ। ਉਹਨਾਂ ਦੇ ਗੋਲੀਆਂ ਮਾਰੀਆਂ ਗਈਆਂ, ਮਾਰਤੇ ਬੰਦੇ ਉੱਥੇ। ਤਾਂ ਉਹ 1 ਮਈ ਦਾ ਦਿਨ ਬਣਾਉਣ ਲਈ ਜਿਹੜੇ ਹੁਣ ਵਾਲੇ ਲੀਡਰਸ ਆ, ਟ੍ਰੇਡ ਯੂਨੀਅਨਿਸਟ ਆ, ਇਹਨਾਂ ਨੇ ਸਰਕਾਰ ਦੇ ਨਾਲ ਰਲ ਕੇ ਸਤੰਬਰ, ਹੁਣ ਤੁਸੀਂ ਦੇਖਿਓ ਸਤੰਬਰ ਦੇ ਵਿੱਚ ਲੇਬਰ ਡੇ ਆਉਣਾ। ਹਾਂਜੀ। ਇਹਨਾਂ ਨੇ ਬਣਾਤਾ ਕਿ ਆਹ ਜਿਹੜਾ ਆ ਇਹ ਸੋਸ਼ਲਿਸਟ ਮਨਾਉਂਦੇ ਆ, ਪਰ ਸਾਡੇ ਸਤੰਬਰ 'ਚ ਐਕਚੁਅਲੀ ਉਹ ਸ਼ਿਕਾਗੋ ਤੋਂ ਸ਼ੁਰੂ ਹੋਇਆ ਹੈ। ਤੇ ਅਕਸਰ ਅਸੀਂ ਜਦੋਂ ਹੁਣ ਮੋਰ ਰੀਸੈਂਟਲੀ ਗੱਲ ਕਰਦੇ ਸੀ ਕਿ 5 ਦਿਨ, ਬਹੁਤ ਚਿਰ ਹੋ ਗਿਆ ਲੋਕਾਂ ਨੂੰ 5 ਦਿਨ ਕੰਮ ਕਰਦਿਆਂ ਨੂੰ, 5 ਦਿਨ ਕੰਮ ਕਰਦੇ ਆ, ਉਹਨਾਂ ਦੇ ਆਪਣਾ ਸਮਾਂ ਨਹੀਂ ਹੁੰਦਾ, ਪੜ੍ਹਨ ਦਾ ਸਮਾਂ ਨਹੀਂ, ਬੈਠਣ ਦਾ ਸਮਾਂ ਨਹੀਂ, ਉਹਨਾਂ ਦੀ ਫੈਮਿਲੀ ਲਾਈਫ ਲਈ ਕੋਈ ਸਮਾਂ ਨਹੀਂ, ਸਿਹਤਾਂ ਉਹਨਾਂ ਦੀਆਂ ਖਰਾਬ ਹੋ ਰਹੀਆਂ। ਫਿਰ ਇਹਨਾਂ ਨੇ ਕਈ ਵਾਰੀ ਤਜਰਬੇ ਕੀਤੇ ਕਿ 4 ਦਿਨ ਦੇ ਵਿੱਚ 40 ਘੰਟੇ ਲਵਾਏ ਜਾਣ। ਹਾਂਜੀ। ਉਹ ਫਿਰ ਹੁਣ 4 ਦਿਨਾਂ ਦੇ ਵਿੱਚ ਉਹ 10 ਘੰਟੇ ਵੀ ਕੰਮ ਕਰਨਾ ਸੌਖਾ ਨਹੀਂ, ਲਗਾਤਾਰ ਮੁਸ਼ਕਿਲ ਆ। ਸੋ ਹੁਣ ਜਿਹੜੇ ਨਵਾਂ ਟ੍ਰੈਂਡ ਤੁਰਿਆ ਇਹਨਾਂ ਦੇ ਕਈ ਮੁਲਕਾਂ ਦੇ ਵਿੱਚ, ਉਹਨਾਂ ਨੇ ਇਹ ਕਿਹਾ ਕਿ 8 ਘੰਟੇ ਹੀ ਲਵਾਓ, ਕੋਈ ਗੱਲ ਨਹੀਂ, ਪਰ 4 ਦਿਨ ਰੱਖੋ। ਹਾਂਜੀ। 32 ਘੰਟੇ ਬਹੁਤ ਆ। ਜੀ। ਤੇ ਇੱਕ ਤਾਂ ਉਹਨਾਂ ਨੇ ਦੇਖਿਆ ਪ੍ਰੋਡਕਟਿਵਿਟੀ ਜਿਹੜੀ ਵਰਕਰ ਦੀ ਉਹ ਵੱਧ ਗਈ ਹੈ। ਜੀ। ਉਹ ਜਿਹੜੇ ਘੱਟ ਜੇ ਕੰਮ ਕਰਦੇ ਆ ਉਹ ਜ਼ਿਆਦਾ ਰੈਸਟਡ ਹੁੰਦੇ, 3 ਦਿਨ ਆਫ ਕਰਕੇ ਆਏ ਆ, ਉਹ ਰੈਸਟਡ ਹੁੰਦੇ, ਫੀਲ ਕਰਦੇ, ਤਾਂ ਪ੍ਰੋਡਕਟਿਵਿਟੀ ਉਹਨਾਂ ਦੀ ਵਧਿਆ। ਫਿਰ ਉਹਨਾਂ ਦੀ ਦਿਲਚਸਪੀ ਵੀ ਵਧਿਆ ਨਾ। ਹਾਂਜੀ। ਉਹਨਾਂ ਦਾ ਦਿਲ ਕਰਦਾ ਵੀ ਅਸੀਂ ਕੰਮ ਕਰੀਏ। ਹਾਂਜੀ। ਸੋ ਹੁਣ ਇਹ ਥੋੜ੍ਹੇ ਜਿਹੇ ਮੁਲਕਾਂ ਤੋਂ ਬਾਅਦ ਹੁਣ ਮੇਰਾ ਖਿਆਲ ਕਈ ਮੁਲਕਾਂ ਨੇ ਯੂਰਪੀਅਨ ਯੂਨੀਅਨ ਦੇ ਵਿੱਚ ਤਾਂ ਕਰ ਦਿੱਤਾ ਕਿ 4 ਦਿਨ 8 ਘੰਟੇ। ਹਾਂਜੀ। ਤੇ ਸ਼ਾਇਦ ਕਦੇ ਕਿਸੇ ਦਿਨ ਨੂੰ ਕੈਨੇਡਾ ਦੇ ਵਿੱਚ ਤਾਂ US ਦੇ ਵਿੱਚ ਵੀ ਇਹ ਟ੍ਰੈਂਡ ਤੁਰ ਪਵੇ। ਜੀ। ਕਿਉਂਕਿ ਕੁਝ ਕੰਪਨੀਆਂ ਨੇ ਹਿੰਟ ਕੀਤਾ ਹੈ ਕਿ ਅਸੀਂ ਕਰ ਲਈ, ਪਰ ਉਹਨਾਂ ਦਾ ਹਿੰਟ ਅਜੇ ਵੀ ਇਹੀ ਹੈ ਵੀ 4 ਦਿਨ ਅਸੀਂ 40 ਘੰਟੇ ਕੰਮ ਕਰਾਵਾਂਗੇ, ਜੇ 8 ਘੰਟੇ ਦੀ ਬਜਾਏ 10 ਘੰਟੇ। ਪਰ ਜੇ ਉਹ ਯੂਰਪੀਅਨ ਟ੍ਰੈਂਡ ਕਾਮਯਾਬ ਹੋ ਗਿਆ 8 ਘੰਟੇ 4 ਦਿਨ, ਤੇ ਫਿਰ ਪ੍ਰੈਸ਼ਰ ਉਦੋਂ ਇੱਥੇ ਹੀ ਪਊਗਾ।
ਹਾਂਜੀ, ਪਰ ਹੋ ਸਕਦਾ ਸਾਡੀ ਉਮਰ 'ਚ ਨਾ ਪਵੇ। ਡਾਕਟਰ ਸਾਹਿਬ ਰੁੱਖ ਕਰਦੇ ਹਾਂ ਅਗਲੀ ਖਬਰ ਵੱਲ। ਦੇਸੀ ਜਾਰਡਨਜ਼ ਇਕਨੋਮਿਕ ਸਟੱਡੀਜ਼ ਦੀ ਇੱਕ ਤਾਜ਼ਾ ਰਿਪੋਰਟ ਆਈ ਆ। ਉਸ ਦੇ ਅਨੁਸਾਰ ਪੈਂਡੈਮਿਕ ਦੇ ਦੌਰਾਨ ਜਿਨ੍ਹਾਂ ਸ਼ਹਿਰਾਂ ਵਿੱਚ ਘਰਾਂ ਦੀ ਵਿਕਰੀ ਸਭ ਤੋਂ ਜ਼ਿਆਦਾ ਹੋਈ ਸੀ, ਹੁਣ ਉੱਥੇ ਸਭ ਤੋਂ ਵੱਧ ਗਿਰਾਵਟ ਦੇਖਣ ਨੂੰ ਮਿਲ ਰਹੀ ਆ। ਤੇ ਡਾਟਾ ਟਰੈਕ ਅਨੁਸਾਰ ਜੇਕਰ ਤੇਲ ਦੀਆਂ ਕੀਮਤਾਂ ਇਸੇ ਤਰ੍ਹਾਂ ਵਧਦੀਆਂ ਗਈਆਂ ਤਾਂ ਆਰਥਿਕ ਮੰਦੀ ਆ ਸਕਦੀ ਆ। ਇਸ ਰਿਪੋਰਟ ਬਾਰੇ ਡਿਟੇਲ 'ਚ ਆਪਣੇ ਸਰੋਤਿਆਂ ਨੂੰ ਦੱਸੋ। ਦੇਖੋ, ਇੱਕ ਤਾਂ ਇਨਫਲੇਸ਼ਨ ਨੂੰ ਕੰਟਰੋਲ ਕਰਨ ਲਈ ਇੰਟਰਸਟ ਰੇਟ ਵਧਾ ਰਹੇ ਆ। ਹਾਂਜੀ, ਹੁਣ ਇੰਟਰਸਟ ਰੇਟ ਵਧਾ ਰਹੇ, ਇਹਦਾ ਮਤਲਬ ਕਿ ਤੁਸੀਂ ਉਨੀ ਮੌਰਗੇਜ ਲਈ ਕੁਆਲੀਫਾਈ ਨਹੀਂ ਹੁੰਦੇ ਜਿੰਨੀ ਪਹਿਲਾਂ ਹੁੰਦੇ ਸੀ। ਹਾਂਜੀ, ਸੋ ਬੈਂਕਾਂ ਤੁਹਾਨੂੰ ਲੋਨ ਨਹੀਂ ਦਿੰਦੀਆਂ। ਉਹ ਦੂਸਰਾ ਵੱਡੀ ਗੱਲ ਉਹਨਾਂ ਨੂੰ ਲੱਗਦੀ ਹੈ ਕਿ ਅੱਜ ਜਿੱਦਾਂ $122 ਨੂੰ ਮੇਰਾ ਖਿਆਲ ਬੈਰਲ ਸੀ। ਹਾਂਜੀ, ਜੇ ਹਰ ਇੱਕ ਦਾ ਵਿਚਾਰ ਹੈ ਇਕਨੋਮਿਸਟ ਦਾ ਕਿ ਜੇ $140 ਬੈਰਲ ਤੇ ਚੱਲ ਗਿਆ ਇਹ ਆਇਲ, ਤੇ ਉਹਦੇ ਬਾਅਦ ਛੇਤੀ ਰਿਸੈਸ਼ਨ ਆ ਜਾਣਾ। ਹਾਂਜੀ, ਰਿਸੈਸ਼ਨ ਆਉਣ ਦੇ ਨਾਲ ਕੀ ਹੋਣਾ ਕਿ ਫੈਕਟਰੀਜ਼ ਬੰਦ ਹੋ ਜਾਂਦੀਆਂ, ਅਨਐਮਪਲੋਇਮੈਂਟ ਜ਼ਿਆਦਾ ਹੋ ਜਾਂਦੀ ਹੈ, ਤੇ ਇਨਫਲੇਸ਼ਨ ਅਜੇ ਵੀ ਜ਼ਿਆਦਾ ਆ। ਹਾਂਜੀ, ਇਸ ਵੇਲੇ ਵੀ ਭਾਵੇਂ ਮੌਰਗੇਜ ਮਿਲਣ ਲਈ ਕੀਮਤਾਂ ਥੋੜ੍ਹੀਆਂ ਜਿਹੀਆਂ ਘਟੀਆਂ। ਹਾਂਜੀ, ਪਰ ਉਸ ਲੈਵਲ ਤੇ ਨਹੀਂ ਘਟੀਆਂ ਕਿ ਜਿੱਥੇ ਕਿ ਫਸਟ ਟਾਈਮ ਬਾਇਰਸ ਇੱਕਦਮ ਖਰੀਦਣਾ ਸ਼ੁਰੂ ਕਰ ਦੇਣ। ਹਾਂਜੀ, ਹੁਣ ਤਾਂ ਕਈਆਂ ਨੇ ਇਹ ਵੀ ਬਹੁਤ ਆਰਟੀਕਲਸ ਆਏ ਆ ਕਿ ਜਿਨ੍ਹਾਂ ਬੰਦਿਆਂ ਨੇ ਬਿਲਕੁਲ ਹਾਈ ਪ੍ਰਾਈਸਿਸ ਤੇ ਲਏ ਸੀ ਉਹਨਾਂ ਨੇ ਗਲਤੀ ਕੀਤੀ। ਹਾਂਜੀ, ਇੰਨੀ ਹਾਈ ਪ੍ਰਾਈਸ ਤੇ ਤੁਹਾਨੂੰ ਨਹੀਂ ਲੈਣਾ ਚਾਹੀਦਾ ਸੀ, ਕਿਉਂਕਿ ਜਿਹੜੀ ਪ੍ਰੈਡਿਕਸ਼ਨ ਹੋ ਰਹੀ ਆ ਕਿ ਇੱਕਦਮ ਜੇ ਰਿਸੈਸ਼ਨ ਆ ਗਿਆ, ਅਨਐਮਪਲੋਇਮੈਂਟ ਜ਼ਿਆਦਾ ਹੋ ਗਈ, ਤੇ ਫਿਰ ਇਹ ਕਲੈਪਸ ਵੀ ਹੋ ਸਕਦੀ। ਹਾਂਜੀ, ਉਹਨਾਂ ਨੇ ਇਹ ਕਿਹਾ ਕਿ 30% ਤਾਈਂ ਲੋਕੀ ਉਹ ਆ ਜਿਹੜੇ ਮੌਰਗੇਜ ਅਫੋਰਡ ਨਹੀਂ ਕਰ ਸਕਦੇ। ਹਾਂਜੀ, ਜੇ ਰੀਨਿਊ ਕਰਾਉਣੀ ਹੋਣੀ, ਅੱਜ ਉਹਨਾਂ ਨੇ ਫਾਰ ਐਗਜ਼ਾਮਪਲ 1.5% ਤੇ ਲਿਆ ਆ, ਮੁੜ ਕੇ 3% ਜਾਂ 4% ਤੇ ਲੈਣਾ ਹੋਵੇ, ਉਹ ਪੇਮੈਂਟਸ ਕਰ ਹੀ ਨਹੀਂ ਸਕਦੇ। ਉਹਨਾਂ ਘਰਾਂ ਤੇ ਮੁਸ਼ਕਿਲ ਆ, ਉਹਨਾਂ ਦੀ ਮੁਸ਼ਕਿਲ ਹੈ। ਇਸ ਕਰਕੇ ਇੱਕ ਰਿਸੈਸ਼ਨ ਆਉਣ ਦਾ ਖਤਰਾ ਹੈ ਔਰ ਇੱਕਦਮ ਘਰਾਂ ਦੀਆਂ ਪ੍ਰਾਈਸਿਸ ਕਲੈਪਸ ਹੋਣ ਦਾ ਖਤਰਾ ਹੈ। ਹਾਂਜੀ, ਸੋ ਇਸ ਵੇਲੇ ਤਾਂ ਕਿਆਸ ਰਾਈਆਂ ਲਾ ਰਹੇ ਆ, ਪਰ ਹੁਣ ਇਹ ਇੰਨਾ ਕਹਿ ਸਕਦੇ ਕਿ ਤੁਸੀਂ ਇੰਟਰਸਟ ਰੇਟ ਦਾ ਫਰਕ ਇੰਨਾ ਪਿਆ ਆ ਕਿ ਕੀਮਤਾਂ ਘਟੀਆਂ, ਤੇ ਜਿੱਦਾਂ ਅੱਗੇ ਜਿਹੜੀ ਚੱਲਦੀ ਸੀ ਨਾ ਵਾਰ, ਮੈਂ 2.5 ਮਿਲੀਅਨ ਕਹਿਤਾ, ਕਿਸੇ ਨੇ 3 ਮਿਲੀਅਨ ਕਹਿਤਾ, ਕਿਸੇ ਨੇ ਮਤਲਬ ਇੱਕ ਦੂਜੇ ਤੇ ਚੜ ਕੇ ਬਿਡਿੰਗ ਕਰਦੇ ਸੀ। ਹਾਂਜੀ, ਉਹ ਹਟ ਗਈ ਜੀ। ਉਹ ਬਿਲਕੁਲ ਕਿਸੇ ਵੀ ਸ਼ਹਿਰ ਦੇ ਵਿੱਚ ਇਹ ਨਹੀਂ ਹੈ। ਵੱਡੇ ਸ਼ਹਿਰਾਂ ਦੀ ਪ੍ਰੋਬਲਮ ਇਹ ਹੈ ਕਿ ਕੀਮਤਾਂ ਵਧੀਆਂ ਵੀ ਇੱਥੇ ਹੀ ਜ਼ਿਆਦਾ ਸੀ। ਹਾਂਜੀ, ਤੇ ਕੀ ਕਹਿੰਦੇ ਹੁੰਦੇ ਆ, ਡਿੱਗਦਾ ਉਹੀ ਥੱਲੇ ਨੂੰ ਜ਼ਿਆਦਾ ਹੁੰਦਾ ਜਿਹੜਾ ਜ਼ਿਆਦਾ ਉੱਤੇ ਚੜਿਆ ਹੁੰਦਾ। ਹਾਂਜੀ, ਜਿਹੜਾ ਤਾਂ ਪਹਿਲੀ ਪੌੜੀ ਤੇ ਹੋਵੇ ਉਹਦੇ ਘੱਟ ਸੱਟ ਲੱਗਣੀ ਹੈ, ਜਿਹੜਾ 36ਵੀਂ ਪੌੜੀ ਤੇ ਬੈਠਾ ਉਹਦੀ ਜ਼ਿਆਦਾ ਸੱਟ ਲੱਗਣੀ ਹੈ। ਹਾਂਜੀ, ਬਿਲਕੁਲ। ਤੇ ਇਹ 36ਵੀਂ ਪੌੜੀ ਤੇ ਚੜੇ ਹੋਏ ਸੀ ਇੱਥੇ ਆਏ ਵੱਡੇ ਸ਼ਹਿਰਾਂ ਵਾਲੇ, ਵੈਨਕੂਵਰ ਚ ਹੋਇਆ, ਟੋਰਾਂਟੋ ਹੋਇਆ, ਮੌਂਟਰੀਅਲ ਹੋਇਆ, ਇਹਨਾਂ ਦੇ ਹੁਣ ਜ਼ਿਆਦਾ ਸੱਟ ਲੱਗਣ ਦਾ ਖਤਰਾ ਹੈ। ਜੀ ਬਿਲਕੁਲ ਡਾਕਟਰ ਸਾਹਿਬ, ਜਦੋਂ ਪਹਿਲਾਂ ਜਿਵੇਂ ਤੁਸੀਂ ਦੱਸਿਆ ਹੀ ਹੈ ਕਿ ਆਸਕਿੰਗ ਪ੍ਰਾਈਸ ਤੋਂ ਕਿਤੇ ਵੱਧ ਚੜ ਕੇ ਇਹ ਲੈਂਦੇ ਸੀਗੇ, ਇੱਕ ਦੂਸਰੇ ਦੇ ਨਾਲ ਬਿਡਿੰਗ ਕਰਕੇ ਘਰ ਵਗੈਰਾ ਖਰੀਦਦੇ ਸੀ, ਉਦੋਂ ਤੁਸੀਂ ਇਹ ਦੇਖ ਲਓ ਵੀ ਜਿਹੜੇ ਰਿਐਲਟਰਸ ਵੀ ਹੁੰਦੇ ਸੀ ਉਹ ਵੀ ਬੜਾ ਉਹਨਾਂ ਨੇ ਸੋਸ਼ਲ ਮੀਡੀਆ ਤੇ ਅਗਲੇ ਦਿਨ ਜਾ ਕੇ ਪਾਉਣਾ ਕਿ ਇੰਨੇ ਦਾ ਅਸੀਂ ਘਰ ਲਾਇਆ ਸੀ ਤੇ ਵਿੱਚ ਸਾਡਾ ਵਿਕ ਕੇ ਇੰਨੇ ਦਾ ਗਿਆ। ਉਦੋਂ ਇੱਕ ਇਹ ਵੀ ਟ੍ਰੈਂਡ ਸੀ ਕਿ ਪਹਿਲਾਂ ਘਰ ਦੀ ਕੀਮਤ ਜਾਣਬੁੱਝ ਕੇ ਥੋੜੀ ਰੀਜ਼ਨੇਬਲ ਜੀ ਲਾਉਂਦੇ ਸੀ ਤਾਂ ਕਿ ਉੱਥੇ ਸਾਰੇ ਲੋਕ ਇਕੱਠੇ ਹੋ ਜਾਣ। ਬਾਇਰਸ ਜਿਹੜੇ ਹੈਗੇ ਆ ਉਹਨਾਂ ਨੂੰ ਅਟਰੈਕਟ ਕਰਨ ਦੇ ਲਈ ਵੀ ਇਹ ਵਰਤਿਆ ਜਾਂਦਾ ਸੀ ਉਹਨਾਂ ਵੱਲੋਂ। ਇੱਕ ਗੱਲ ਹੋਰ ਵੀ ਉਹਦੇ ਵਿੱਚ ਆਈ ਸੀ, ਕਈ ਜਗ੍ਹਾ ਤੇ ਉਹਨਾਂ ਨੇ ਰੀਅਲ ਸਟੇਟ ਫੜੇ ਜਿਹੜੇ ਵੈਸੇ ਹੀ ਕਿਸੇ ਨੇ ਬਿਡਿੰਗ ਨਹੀਂ ਕੀਤੀ ਹੁੰਦੀ ਸੀ, ਉਦਾਂ ਹੀ ਕਹਿੰਦੇ ਸੀ ਫਲਾਣੇ ਨੇ ਇੰਨੀ ਬਿਡਿੰਗ ਕਰ ਦਿੱਤੀ, ਝੂਠ ਬੋਲਦੇ ਸੀ। ਹਾਂਜੀ, ਉਹਦਾ ਕਰਕੇ ਕੀਮਤ ਅਗਲੇ ਦੀ ਵਧਾ ਦਿੰਦੇ ਸੀ। ਹਾਂਜੀ, ਤੇ ਉਹਨਾਂ ਤੇ ਐਕਸ਼ਨ ਤਾਂ ਲਿਆ ਉਹਨਾਂ ਨੇ, ਪਰ ਕੀ ਕਹਿੰਦੇ ਹੁੰਦੇ ਆ, ਇੱਕ ਚੋਰ ਫੜ ਹੁੰਦਾ 100 ਚੋਰ ਬਾਹਰ ਹੁੰਦਾ। ਜੀ ਬਿਲਕੁਲ ਡਾਕਟਰ ਸਾਹਿਬ, ਜਿੱਦਾਂ ਹੁਣ ਆਪਾਂ ਗੱਲਬਾਤ ਕੀਤੀ ਹੈ ਕਿ ਰੀਅਲ ਏਸਟੇਟ ਮਾਰਕੀਟ ਦਾ ਇਨਫਲੇਸ਼ਨ ਰੇਟ ਹੈਗਾ, ਆਪਾਂ ਹੁਣ ਯੂਐਸ ਦੇ ਵਿੱਚ ਜੇ ਆਪਾਂ ਦੇਖਦੇ ਹਾਂ ਇਨਫਲੇਸ਼ਨ ਰੇਟ ਨੇ ਪਿਛਲੇ 40 ਸਾਲਾਂ ਦੇ ਸਾਰੇ ਰੈਕਡ ਤੋੜੇ ਪਏ ਆ। ਫੈਡਰਲ ਤੇ ਬਾਈਡਨ ਤੇ ਵੀ ਦਬਾਅ ਵੱਧ ਰਿਹਾ। ਫੈਡਰਲ ਰਿਜ਼ਰਵ ਨੂੰ ਇੰਟਰਸਟ ਰੇਟ ਵਧਾਉਣੇ ਪੈ ਸਕਦੇ ਆ ਹੋਰ ਵੀ ਜ਼ਿਆਦਾ। ਵਾਈਟ ਹਾਊਸ ਤੇ ਡੈਮੋਕ੍ਰੈਟਸ ਦੇ ਲਈ ਹੁਣ ਪੋਲੀਟੀਕਲ ਪ੍ਰੋਬਲਮਸ ਹੋਰ ਗਾਹਾਂ ਵਧਣ ਦੇ ਆਸਾਰ ਲੱਗਦੇ ਆ। ਤੇ ਜੇ ਕੰਜ਼ਿਊਮਰ ਪ੍ਰਾਈਸ ਇੰਡੈਕਸ ਨੂੰ ਦੇਖਦੇ ਆ ਤਾਂ ਪਿਛਲੇ ਸਾਲ ਨਾਲੋਂ 8.6% ਤੇ ਆ ਹੁਣ। ਦੇਖੋ,
ਜਿੰਨੀਆਂ ਵੀ ਖਬਰਾਂ ਆ ਰਹੀਆਂ ਇੱਕਦਮ ਪਹਿਲਾਂ ਤਾਂ ਬਹੁਤ ਖੁਸ਼ ਸੀ ਉਦੋਂ ਬਾਈਡਨ, ਜਦੋਂ ਪੈਂਡੈਮਿਕ ਤੋਂ ਬਾਅਦ ਇੱਕਦਮ ਇਕਨੋਮੀ ਖੁੱਲੀ ਹੈ ਨਾ, ਹਾਂਜੀ, ਤੇ ਉਸ ਵੇਲੇ ਬਹੁਤ ਲੋਕੀ ਕੰਮ ਤੇ ਗਏ ਜੀ, ਇਹ ਖੁਸ਼ੀ ਦੀ ਖਬਰ ਸੀ ਕਿ ਇੱਕਦਮ EMPLOYMENT ਲੈਵਲ ਵੱਧ ਗਏ। ਪਰ ਇੱਕਦਮ ਕੀਮਤਾਂ ਇਦਾਂ ਵਧਣੀਆਂ ਇਹ ਕਦੇ ਪ੍ਰੈਡਿਕਟ ਹੀ ਨਹੀਂ ਕੀਤੀਆਂ ਸੀ। ਹਾਂਜੀ, ਇਹ ਵੀ ਤਾਂ ਨਾਲ ਹੀ ਹੋਣਾ ਚਾਹੀਦਾ ਵੀ ਜੇ ਲੋਕਾਂ ਦੀ ਖਰੀਦ ਸ਼ਕਤੀ ਜ਼ਿਆਦਾ ਵੱਧ ਗਈ ਆ, ਆਇਲ ਪ੍ਰਾਈਸਸ ਡਬਲ ਹੋ ਗਈਆਂ ਇੱਕ ਸਾਲ ਦੇ ਵਿੱਚ ਹੀ ਜੀ, ਤੇ ਉਹਦਾ ਆਇਲ ਦਾ ਇਕੱਲਾ ਆਇਲ ਦਾ ਅਸਰ ਨਹੀਂ ਪੈਂਦਾ, ਕਾਰਾਂ ਤੇ ਅਸਰ ਪਿਆ। ਆਇਲ ਨੂੰ ਤੁਸੀਂ ਕੋਈ ਖੇਤੀਬਾੜੀ ਨਹੀਂ ਹੁੰਦੀ ਬਿਨਾਂ ਆਇਲ ਦੇ, ਬਹੁਤ ਫੈਕਟਰੀਆਂ ਜਿਹੜੀਆਂ ਚੱਲਦੀਆਂ ਨਹੀਂ ਆਇਲ ਤੋਂ ਬਿਨਾਂ। ਸਾਡੇ ਤਾਂ ਉੱਥੇ ਬਿਜਲੀ ਵੀ ਬਿਨਾਂ ਨਹੀਂ ਕੋਲੇ ਦੇ ਆਉਂਦੀ, ਇੱਦਾਂ ਕਈਆਂ ਜਗ੍ਹਾ ਤੇ ਆਇਲ ਦੇ ਲਾਏ ਆ। ਹਾਂਜੀ, ਸੋ ਆਇਲ ਦਾ ਅਜੇ ਵੀ ਬਹੁਤ ਵੱਡਾ ਰੋਲ ਆ। ਹੋਰ ਵੀ ਚੀਜ਼ਾਂ ਜਿੱਦਾਂ ਸੈਮੀ ਕੰਡਕਟਰ ਬੰਦ ਹੋ ਗਏ ਆਉਣੇ, ਰਿਫਾਈਨਰੀਜ਼ ਜਿਹੜੀਆਂ ਆਇਲ ਨਾਲ ਰਿਲੇਟਡ ਆ, ਪਹਿਲਾਂ ਪੈਂਡੈਮਿਕ ਦਾ ਕਰਕੇ ਬੰਦ ਕਰ ਦਿੱਤੀਆਂ, ਹੁਣ ਇੱਕਦਮ ਤਾਂ ਸਾਰੀਆਂ ਖੋਲ੍ਹ ਨਹੀਂ ਸਕਦੇ। ਹਾਂਜੀ, ਉਹਨਾਂ ਦੀਆਂ ਪ੍ਰੋਬਲਮਸ ਪੈ ਗਈਆਂ। ਤੇ ਅਮਰੀਕਾ ਦੇ ਵਿੱਚ ਇਸ ਵੇਲੇ ਵੀ ਜਦੋਂ ਇਹਨਾਂ ਨੂੰ ਬਹੁਤ ਆਇਲ ਦੀ ਲੋੜ ਆ, 9 ਲੱਖ ਬੈਰਲ ਹਰ ਰੋਜ਼ ਘੱਟ ਪ੍ਰੋਡਿਊਸ ਕਰਦੇ ਆ, ਇਸ ਤੋਂ ਪੈਂਡੈਮਿਕ ਤੋਂ ਪਹਿਲਾਂ ਜ਼ਿਆਦਾ ਕਰਦੇ ਸੀ ਜੀ। ਉਹ ਇਸੇ ਕਰਕੇ ਆ ਕਿ ਇਹਨਾਂ ਦੀਆਂ ਜਿੰਨੀਆਂ ਵੀ ਆਇਲ ਰਿਫਾਈਨਰੀਜ਼ ਆ ਉਹ ਬੰਦ ਕਰ ਦਿੱਤੀਆਂ ਸੀ ਬਹੁਤੀਆਂ ਇਹਨਾਂ ਨੇ, ਤਾਂ ਉਹਨਾਂ ਨੂੰ ਰੀਸਟਾਰਟ ਕਰਨ ਲਈ ਟਾਈਮ ਲੱਗਣਾ ਹੈ। ਤੇ ਹੁਣ ਤਾਂ ਜਿਹੜੇ ਡੈਮੋਕ੍ਰੈਟਸ ਆ ਉਹਨਾਂ ਦੇ ਵੋਟਰਸ ਆ, ਉਹਨਾਂ ਨੇ ਵੀ ਆਸ ਛੱਡਤੀ ਹੈ ਜੋ ਬਾਈਡਨ ਤੇ। ਹਾਂਜੀ, ਪਤਾ ਨਹੀਂ ਹਾਲੇ 2-3 ਮਹੀਨਿਆਂ ਦੇ ਵਿੱਚ ਸ਼ਾਇਦ ਰੱਬ ਮੀਂਹ ਪਾ ਦੇਵੇ ਸੋਨੇ ਦਾ। ਇਹ ਕੋਈ ਪਤਾ ਨਹੀਂ ਹੁੰਦਾ ਪੋਲੀਟਿਕਸ ਦੇ ਵਿੱਚ, ਪਰ ਇਸ ਵੇਲੇ ਤਾਂ ਇਦਾਂ ਲੱਗਦਾ ਵੀ ਨੱਥੂ ਰਾਮ ਜਾਂਦਾ ਲੱਗਾ। ਦੇਖੋ ਡਾਕਟਰ ਸਾਹਿਬ, ਚਮਤਕਾਰ ਚ ਕਈ ਲੋਕੀ ਯਕੀਨ ਕਰਦੇ ਆ, ਪਰ ਇਸ ਕੇਸ ਦੇ ਵਿੱਚ ਤਾਂ ਉਦਾਂ ਚਮਤਕਾਰ ਹੁੰਦਾ ਵੀ ਨਜ਼ਰ ਆਉਂਦਾ ਨਹੀਂ ਹੈਗਾ, ਜਿਹੋ ਜਿਹੇ ਹਾਲਾਤ ਬਣੇ ਹੋਏ ਆ ਇਸ ਵੇਲੇ ਨਹੀਂ ਲੱਗਦਾ ਕੁਝ। ਹਾਂਜੀ ਡਾਕਟਰ ਸਾਹਿਬ, ਬ੍ਰਸਲਜ਼ ਬੇਸਡ ਥਿੰਕ ਟੈਂਕ ਦੇ ਡਿਪਟੀ ਡਾਇਰੈਕਟਰ ਅਨੁਸਾਰ ਯੂਰਪੀਅਨ ਯੂਨੀਅਨ ਚ ਰਹਿਣ ਵਾਲਿਆਂ ਲਈ ਕਾਸਟ ਆਫ ਲਿਵਿੰਗ ਵਿੱਚ ਵਾਧਾ ਹੋਣ ਕਰਕੇ ਜਿਹੜੇ ਹਾਲਾਤ ਹੈਗੇ ਆ ਕਾਫੀ ਜ਼ਿਆਦਾ ਖਰਾਬ ਹੋਇਆ ਤੇ ਹੋਰ ਵਿਗੜਨ ਦੇ ਅਸਾਰ ਆ। ਫੂਡ, ਫਿਊਲ ਤੇ ਇਲੈਕਟ੍ਰਿਸਿਟੀ ਪ੍ਰਾਈਸਿਸ ਦੇ ਵਿੱਚ ਦਿਨ ਪ੍ਰਤੀ ਦਿਨ ਵਾਧਾ ਹੁੰਦਾ ਜਾ ਰਿਹਾ। ਐਨਰਜੀ ਕ੍ਰਾਈਸਿਸ ਕਰਕੇ ਇਨਫਲੇਸ਼ਨ ਰੇਟ ਤੇ ਹੋਰ ਵੀ ਉੱਪਰ ਜਾਣ ਦੇ ਹਾਲਾਤ ਜਿਹੜੇ ਹੈਗੇ ਆ ਬਣੇ ਹੋਏ ਆ। ਤੁਸੀਂ ਇਸ ਪੂਰੀ ਖਬਰ ਬਾਰੇ ਕੀ ਕਹਿਣਾ ਚਾਹੋਗੇ? ਇਹ ਰਿਪੋਰਟ ਬੜੀ ਲੰਬੀ ਚੌੜੀ ਉਹਨਾਂ ਨੇ ਪੇਸ਼ ਕੀਤੀ। ਸਭ ਤੋਂ ਵੱਡੀ ਖਬਰ ਇਹ ਆ ਕਿ ਲੋਕਾਂ ਨੂੰ ਇੰਨਾ ਪਤਾ ਹੋਣਾ ਚਾਹੀਦਾ ਕਿ ਮੁਲਕ ਜਿਹੜੇ ਤਾਂ ਠਾਂ ਚੜ੍ਹਦੇ ਰਹਿੰਦੇ, ਇਤਿਹਾਸ ਇਹ ਨਹੀਂ ਹੈ ਕਿ ਇੱਕ ਮੁਲਕ ਨੇ ਸਦਾ ਥੱਲੇ ਰਹਿਣਾ। ਹਾਂਜੀ, ਕੋਈ ਦਿਨ ਹੁੰਦਾ ਸੀ 19ਵੀਂ ਸਦੀ ਦੇ ਵਿੱਚ ਆਇਰਲੈਂਡ ਤੋਂ ਲੋਕੀ ਨੱਠਦੇ ਸੀ, ਅੱਜ ਕੱਲ ਲੋਕੀ ਆਇਰਲੈਂਡ ਨੂੰ ਜਾਂਦੇ ਆ। ਹਾਂਜੀ, ਖਰਿਆ ਸੱਚੀ ਅੰਗਰੇਜ਼ਾਂ ਨੇ ਜਾ ਕੇ ਉੱਥੇ ਅਪਲਾਈ ਕਰਨਾ ਪੈਣਾ। ਹੁਣ ਇੰਡੀਆ ਦੀ GDP ਜਿਹੜੀ ਦੁਨੀਆ ਦੀ GDP ਦੇ ਵਿੱਚ ਜਹਾਂਗੀਰ ਦੇ ਸਮੇਂ 'ਚ 30% ਇੰਡੀਆ ਕੰਟਰੀਬਿਊਟ ਕਰਦਾ ਸੀ। ਹਾਂਜੀ, ਜਿੱਦਣ ਅੰਗਰੇਜ਼ ਸਾਨੂੰ ਛੱਡ ਕੇ ਗਏ ਆ ਉਦਣ ਅਸੀਂ 3% ਤੇ ਰਹਿ ਗਏ। ਸੋ ਇਸ ਰਿਪੋਰਟ ਦੇ ਵਿੱਚ ਜ਼ਿਕਰ ਕਰਦੇ ਆ ਕਿ ਜਦੋਂ ਕਲੋਨੀਅਲਿਜ਼ਮ ਨੂੰ ਖਤਮ ਹੋਇਆ, ਵੱਖ-ਵੱਖ ਮੁਲਕਾਂ ਦਾ, ਬੈਲਜੀਅਮ ਵਾਲੇ ਹੋਏ, ਫਰਾਂਸ ਵਾਲੇ ਹੋਏ, ਜਰਮਨੀ ਵਾਲੇ ਹੋਏ, ਸਪੇਨ ਵਾਲੇ ਹੋਏ, ਪੋਰਚੁਗਲ, ਇੰਗਲੈਂਡ ਵਾਲੇ, ਇਹਨਾਂ ਨੇ ਕਈ ਮੁਲਕਾਂ ਤੇ ਰਾਜ ਕੀਤਾ ਸੀ। ਮਤਲਬ ਰਾਜ ਕਰਨ ਦਾ ਮਤਲਬ ਹੀ ਉਹਨਾਂ ਦਾ ਖੂਨ ਚੂਸ ਕੇ ਆਏ ਸੀ। ਤੇ ਉਦੋਂ ਇਹਨਾਂ ਦਾ ਲਿਵਿੰਗ ਸਟੈਂਡਰਡ ਬੜਾ ਉੱਚਾ ਸੀ, ਮੌਜਾਂ ਕਰਦੇ ਸੀ। ਹੁਣ ਵੱਡਾ ਖਤਰਾ ਇਹਨਾਂ ਨੂੰ ਉਸ ਤੋਂ ਬਾਅਦ ਇਹ ਆ ਕਿ ਹੁਣ ਸਾਡਾ ਲਿਵਿੰਗ ਸਟੈਂਡਰਡ ਥੱਲੇ ਨੂੰ ਚੱਲਿਆ। ਹਾਂਜੀ, ਅੱਛਾ, ਜਿਹੜੇ ਮੁਲਕਾਂ ਨੂੰ ਇਹ ਮਾੜੇ ਕਰਕੇ ਆਏ ਸੀ ਉਹਨਾਂ ਮੁਲਕਾਂ ਦੇ ਅਸਾਰ ਚੰਗੇ ਲੱਗਦੇ ਆ। ਜਾਂ ਚੀਨ ਦਾ ਬੁਰਾ ਹਾਲ ਕਰਕੇ ਆਏ ਸੀ ਇਹ। ਚੀਨ ਹੁਣ ਮੇਰਾ ਖਿਆਲ ਕੋਈ ਮੁਲਕ ਨਹੀਂ ਹੋਣਾ ਜਿਹੜਾ ਚੀਨ ਦਾ ਨਹੀਂ ਕਰਜ਼ਾਈ ਜੀ। ਇੱਥੇ ਕਿਸੇ ਜ਼ਮਾਨੇ ਦੇ ਵਿੱਚ ਕਹਿੰਦੇ ਹੁੰਦੇ ਸੀ ਵੀ ਚੀਨ ਵਾਲਿਆਂ ਤੇ ਹੈਡ ਟੈਕਸ ਲਾ ਦਿਓ ਤਾਂ ਆਉਣੋਂ ਹਟ ਜਾਣਗੇ। ਹਾਂਜੀ, ਉਹ ਗਰੀਬ ਸਮਝਦੇ ਜਾਂਦੇ। ਹੁਣ BC ਦੀ NDP ਸਰਕਾਰ ਨੇ ਜਿਹੜੀ ਨਸਲਵਾਦ ਦੇ ਖਿਲਾਫ ਕਹਿੰਦੇ ਅਸੀਂ, ਇਹਨਾਂ ਨੇ ਚੀਨੀਆਂ ਦਾ ਕਰਕੇ ਹੀ ਬਈ ਉਹ ਇੱਥੇ ਆ ਕੇ ਘਰ ਨਾ ਖਰੀਦਣ, ਉਹਨਾਂ ਤੇ ਟੈਕਸ ਲਾਤਾ। ਹਾਂਜੀ, ਜਿੱਦਣ ਯੂਰਪੀਅਨ ਇੱਥੇ ਖਰੀਦਦੇ ਸੀ ਉਦਣ ਇਹਨਾਂ ਤੋਂ ਟੈਕਸ ਨਹੀਂ ਲੱਗਾ ਜੀ। ਫੋਰਨ ਬਾਇਰ ਟੈਕਸ ਉਦਣ ਵੀ ਤਾਂ ਫੋਰਨਰਸ ਖਰੀਦਦੇ ਸੀ ਜੀ, ਤੇ ਹੁਣ ਫੋਰਨਰ ਸਿਰਫ ਚੀਨ ਤੋਂ ਆਉਣ ਲੱਗ ਪਏ ਕਰਕੇ ਉਹਨਾਂ ਤੇ ਟੈਕਸ ਲਾਤਾ। ਇਹ ਸਮੇਂ ਬਦਲਦੇ ਰਹਿੰਦੇ ਹੁੰਦੇ ਸੀ।
1919 ਦੇ ਵਿੱਚ ਅਰਜਨਟੀਨਾ ਤੇ ਕੈਨੇਡਾ ਦੀ ਬਰਾਬਰ GDP ਸੀ, ਬਰਾਬਰ ਪਰ ਕੈਪੀਟਾ ਸੀ। ਅੱਜ ਅਰਜਨਟੀਨਾ ਵਿਚਾਰਾ ਥੱਲੇ ਗਿਆ ਹੈ ਤੇ ਕੈਨੇਡਾ ਜੇ ਇਦਾਂ ਦੇ ਜਸਟਨ ਟਰੂਡੋ 2-4 ਹੋਰ ਆ ਗਏ ਤਾਂ ਤੁਸੀਂ ਦੇਖਿਓ ਇਹਦਾ ਬੁਰਾ ਹਾਲ ਹੁੰਦਾ। ਚਲੋ ਅਸੀਂ ਤਾਂ ਨਹੀਂ ਰਹਿਣਾ। ਯੂਰਪੀਅਨ ਯੂਨੀਅਨ ਦੀ ਆ ਜਿਹੜੀ ਰਿਪੋਰਟ ਆਈ ਨਾ, ਸਭ ਤੋਂ ਵੱਡੀ ਵਰੀ ਉਹਨਾਂ ਦੀ ਇਹੀ ਆ ਕਿ ਜਿਹੜੇ ਉਹ ਮੌਜ ਮਸਤੀ ਵਾਲੇ ਦਿਨ ਸਾਡੇ ਜਿਹੜੇ ਆ ਉਹ ਜਾਂਦੇ ਲੱਗੇ ਹੁਣ। ਹਾਂਜੀ। ਤੇ ਹੁਣ ਉਹ ਦਿਨ ਆ ਗਏ ਆ ਜਿਸ ਦਿਨ ਸਾਡਾ ਵੀ ਉਹ ਬੁਰਾ ਹਾਲ ਹੋਣਾ ਜਿਹੜਾ ਦੂਜਿਆਂ ਮੁਲਕਾਂ ਦਾ ਕਰਕੇ ਆਏ ਆ ਅਸੀਂ ਜੀ। ਇਸ ਗੱਲ ਤੇ ਹੁਣ ਸ਼ੀਸ਼ਾ ਮੂਹਰੇ ਦਿਖਦਾ ਨਾ। ਹਾਂਜੀ। ਤਾਂ ਉਸ ਗੱਲ ਤੋਂ ਜ਼ਿਆਦਾ ਚਿੰਤਾ ਹੈ। ਹਾਂਜੀ, ਕਾਫੀ ਜ਼ਿਆਦਾ ਚਿੰਤਿਤ ਆ ਡਾਕਟਰ ਸਾਹਿਬ। ਵੈਸੇ ਆਪਾਂ ਕੁਝ ਦਿਨ ਪਹਿਲਾਂ ਵੀ ਇੱਕ ਖਬਰ ਦੱਸੀ ਸੀ ਕਿ ਜਿਹਦੇ ਵਿੱਚ ਇੱਕ ਜਿਹੜੀ ਲਾਇਬ੍ਰੇਰੀ ਦੀ ਬੁੱਕ ਸੀ ਉਹਨੂੰ ਵਾਪਸ ਕਰਨ ਦੇ ਲਈ ਕਾਫੀ ਜ਼ਿਆਦਾ ਸਮਾਂ ਲੱਗ ਗਿਆ ਸੀ। ਤੇ ਹੁਣ ਇੱਕ ਹੋਰ ਖਬਰ ਆਈ ਹੈ ਕਿ ਇੱਕ BC ਨਿਵਾਸੀ ਨੇ 48 ਇਅਰਸ ਤੋਂ ਬਾਅਦ, ਮਤਲਬ ਕਿ ਉਹਦਾ ਵੈਸੇ ਕਹਿੰਦੇ ਕਿ 48 ਸਾਲ ਤੇ 107 ਦਿਨਾਂ ਤੋਂ ਬਾਅਦ ਲਾਇਬ੍ਰੇਰੀ ਦੀ ਜਿਹੜੀ ਕਿਤਾਬ ਹੈਗੀ ਆ ਉਹ ਵਾਪਸ ਕੀਤੀ ਆ। ਇਸ ਪੂਰੀ ਖਬਰ ਬਾਰੇ ਆਪਣੇ ਸਰੋਤਿਆਂ ਨੂੰ ਦੱਸੋ। ਹੁਣ ਜਿਹੜੀ ਪਹਿਲੀ ਖਬਰ ਦਿੱਤੀ ਸੀ, ਪਤਾ ਨਹੀਂ ਲਾਇਬ੍ਰੇਰੀ ਨੂੰ ਕੋਈ ਫਾਇਦਾ ਹੋਇਆ ਹੋਵੇ ਨਾ ਹੋਇਆ ਹੋਵੇ, ਮੈਨੂੰ ਫਾਇਦਾ ਹੋ ਗਿਆ। ਤੁਹਾਨੂੰ ਕਿਸ ਤਰ੍ਹਾਂ ਫਾਇਦਾ ਹੋਇਆ ਡਾਕਟਰ? ਮੇਰਾ ਇੱਕ ਦੋਸਤ, ਅਜ਼ੀਜ਼ ਦੋਸਤ, ਉਹ ਮੇਰੇ ਤੋਂ ਕੁਝ ਕਿਤਾਬਾਂ ਲੈ ਕੇ ਗਿਆ ਸੀ। ਮੈਨੂੰ ਪਤਾ ਹੀ ਨਹੀਂ, ਮੈਨੂੰ ਯਾਦ ਹੀ ਨਹੀਂ। ਉਹ ਤੁਸੀਂ ਭੁੱਲ ਗਏ ਸੀ? ਮੈਂ ਭੁੱਲ ਗਿਆ ਸੀ। ਉਹਨੇ ਆਪਣੀ ਕਾਰ ਦੇ ਵਿੱਚ ਰੱਖ ਲਈਆਂ ਵੀ ਜਿਸ ਦਿਨ ਅਗਲੀ ਵਾਰ ਮਿਲਣਾ ਆ ਤੇ ਮੈਨੂੰ ਮੋੜ ਦੇਣੀ। ਉਹ ਹੁਣ ਮੈਨੂੰ ਯਾਦ ਆਇਆ ਵੀ ਵਾਕਿਆ ਹੀ ਉਹ ਮੇਰੀਆਂ ਕਿਤਾਬਾਂ ਸੀ। ਉਹਨਾਂ ਨੇ ਸੋਚਿਆ ਹੋਣਾ ਕਿ ਇਹ ਜਿਹੜੀ ਖਬਰ ਦਿੱਤੀ ਆ ਨਾ ਮੇਰੇ ਤੇ ਹੀ ਆ ਬਸ। ਲਾਈ ਤਾਂ ਵੈਸੇ ਅਸੀਂ ਤਾਂ ਐਕਚੁਅਲ ਖਬਰ ਲਾਈ ਜਿੱਦਾਂ ਆ ਵੀ ਐਕਚੁਅਲ ਖਬਰ ਹੈ ਕਿ 48 ਸਾਲਾਂ ਬਾਅਦ ਉਹਨੇ ਆਪਣੀ ਕਿਤਾਬ ਮੋੜੀ ਹੈ। ਹਾਂਜੀ। ਤੇ ਵੈਸੇ ਕਰਦੇ ਆ ਲੋਕੀ ਏਦਾਂ ਛੋਟੀਆਂ ਚੀਜ਼ਾਂ ਲੈ ਜਾਣੀਆਂ। ਜਾਂ ਭਾਂਡਿਆਂ ਦਾ ਅਕਸਰ ਹੁੰਦਾ। ਹਾਂਜੀ। ਆਪਣੇ ਆਦਿਆਂ ਨਾ ਵੀ ਚੱਲ ਸਾਗ ਬਣਿਆ ਤੂੰ ਲੈ ਜਾ ਅੱਜ। ਹਾਂਜੀ। ਤੇ ਉਹ ਸਾਗ ਵਾਲਾ ਭਾਂਡਾ ਛੱਡਿਆ ਉਹ ਤੇ ਉਹ ਕਦੇ ਮੁੜ ਕੇ ਹੀ ਨਹੀਂ ਆਇਆ। ਹਾਂਜੀ। ਹੋਰ ਵੀ ਕਈ ਚੀਜ਼ਾਂ ਦਾ ਡਾਕਟਰ ਸਾਹਿਬ ਆਦਾਨ ਪ੍ਰਦਾਨ ਤਾਂ ਹੁੰਦਾ ਪਰ ਫਿਰ ਉਹ ਵਾਪਸ ਨਹੀਂ ਆਉਂਦੀਆਂ ਹੈਗੀਆਂ। ਮੇਰਾ ਦੋਸਤ ਹੁੰਦਾ ਸੀ ਲੈਂਗਲੀ, ਉਹ ਗੋਰਾ ਸੀ, ਉਹਨੂੰ ਆਦਤ ਸੀਗੀ ਵੈਸੇ ਇੰਡੀਅਨ ਖਾਣਾ ਖਾਣ ਦੀ। ਹਾਂਜੀ। ਕਿਤੇ ਮੈਂ ਥੋੜਾ ਜਿਹਾ ਖਾਣਾ ਜੇ ਬਣਾਉਣਾ ਇੰਡੀਅਨ ਤਾਂ ਲੈ ਜਾਣਾ ਉਹ ਲਈ। ਫਿਰ ਮੈਂ ਇੱਕ ਦਿਨ ਉਹਨੂੰ ਕਿਹਾ, ਮੈਂ ਕਿਹਾ ਯਾਰ ਤੂੰ ਮੇਰੇ ਬਰਤਨ ਤਾਂ ਮੋੜ। ਹਾਂਜੀ। ਕਹਿੰਦਾ ਉਹ ਤੇਰੇ ਬਰਤਨ ਆ ਸਾਰੇ ਹੀ, ਕਹਿੰਦਾ ਕਬਰਡ ਖੋਲ ਕੇ ਦੇਖਿਆ ਤੇਰੇ ਹੀ ਆ। ਕਹਿੰਦਾ ਕਦੇ ਮੋੜੇ ਹੀ ਨਹੀਂ ਸੀ ਉਹਨੇ। ਉਹ ਸਾਫ਼ ਕਰਕੇ ਉੱਥੇ ਰੱਖ ਲੈਂਦਾ ਸੀ। ਪਰ ਉਹ ਦਿਮਾਗ ਦੇ ਵਿੱਚ ਕਹਿੰਦਾ ਮੇਰੇ ਹੁੰਦਾ ਸੀ ਵੀ ਜਦੋਂ ਅਗਲੀ ਵਾਰ ਨੂੰ ਆਇਆ ਤਾਂ ਤੈਨੂੰ ਦੇਣੇ ਆ। ਹਾਂਜੀ। ਤੇ ਅਗਲੀ ਉਹ ਕੋਈ ਗੱਲਾਂ ਬਾਤਾਂ ਕਰਦੇ ਤੇ ਬੰਦੇ ਦੇ ਦਿਮਾਗ ਚੋਂ ਨਿਕਲ ਜਾਂਦਾ। ਹਾਂਜੀ। ਤੇ ਉਹ ਬਾਅਦ ਦੇ ਵਿੱਚ ਇੱਕ ਵਾਰੀ ਮੈਂ ਚੰਗੇ ਉੱਥੋਂ ਲੈ ਕੇ ਆਵਾਂ ਜਿਹਦਾ ਘੁਮਿਆਰ ਨਹੀਂ ਆਉਂਦਾ ਹੁੰਦਾ, ਮੈਂ ਦੀਵੇ ਲੈ ਕੇ ਤੁਰਿਆ। ਦੇਖੋ ਡਾਕਟਰ ਸਾਹਿਬ ਇਮਾਨਦਾਰੀ ਆਉਦੀ, ਉਹਨੇ ਤੁਹਾਡੇ ਸਾਰੇ ਬਰਤਨ ਸੰਭਾਲ ਕੇ ਰੱਖੇ ਹੋਏ ਸੀ, ਸਾਰੇ ਕੰਟੇਨਰ ਜਿਹੜੇ। ਹੁਣ ਕਿਸੇ ਦਿਨ ਮੇਰੀਆਂ 2 ਜੈਕਟਸ ਮਿਸ ਆ, ਜੈਕਟਾਂ ਤੇ ਵੀ ਕਰਨਾ ਪੈਣਾ। ਦੇਖੋ ਜੀ ਤੁਹਾਡੀਆਂ ਜਿਹੜੀਆਂ ਦੋਨੋਂ ਜੈਕਟਸ ਮਿਸ ਆ, ਜਿਨ੍ਹਾਂ ਦੇ ਕੋਲੇ ਵੀ ਹੈਗੀ ਉਹ ਸੁਣ ਰਹੇ ਹੋਣਗੇ, ਹੋਪਫੁਲੀ ਉਹ ਤੁਹਾਨੂੰ ਉਹ ਵੀ ਰਿਟਰਨ ਕਰ ਦੇਣਗੇ ਬਹੁਤ। ਚਲੋ ਅੱਜ ਦਾ ਵਿਚਾਰ ਦੱਸੋ ਜੀ। ਡਾਕਟਰ ਸਾਹਿਬ ਅੱਜ ਦਾ ਵਿਚਾਰ ਹੈਗਾ, ਜ਼ਿੰਦਗੀ ਵਿੱਚ 2 ਹੀ ਮੁਸ਼ਕਲਾਂ ਆਉਂਦੀਆਂ ਨੇ। ਪਹਿਲੀ, ਕੋਈ ਚੀਜ਼ ਹਾਸਲ ਕਰਨ ਲਈ, ਦੂਸਰੀ ਜਦੋਂ ਉਹ ਚੀਜ਼ ਹਾਸਲ ਹੋ ਜਾਵੇ। ਵਾਕਈ ਇਸੇ ਨੋਟ ਤੇ ਅਸੀਂ ਅੱਜ ਦਾ ਇਹ ਪ੍ਰੋਗਰਾਮ ਇੱਥੇ ਹੀ ਸਮਾਪਤ ਕਰਦੇ ਹਾਂ। ਪ੍ਰੋਗਰਾਮ ਤੁਹਾਨੂੰ ਕਿਹੋ ਜਿਹਾ ਲੱਗਿਆ ਸਾਨੂੰ ਦੱਸਣਾ ਜ਼ਰੂਰ। ਸਟੂਡੀਓ ਦਾ ਨੰਬਰ ਹੈ 6045929191 6045929191। ਤੁਸੀਂ ਸਾਨੂੰ ਸਾਡੇ ਸੋਸ਼ਲ ਮੀਡੀਆ ਹੈਂਡਲਸ ਤੇ ਵੀ ਮੈਸੇਜ ਕਰਕੇ ਦੱਸ ਸਕਦੇ ਹੋ। ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ਹੈ ਜੀ ਰੇਡੀਓ ਇੰਡੀਆ 1110 ਦੇ ਨਾਂ ਹੇਠ। ਈਮੇਲ ਲਿਖ ਸਕਦੇ ਹੋ info@radioindia.ca ਤੇ। ਤੁਹਾਡੇ ਸੁਝਾਵਾਂ ਦੇ ਨਾਲ ਅਸੀਂ ਆਪਣੇ ਪ੍ਰੋਗਰਾਮ ਨੂੰ ਹੋਰ ਵੀ ਜ਼ਿਆਦਾ ਬਿਹਤਰ ਬਣਾ ਸਕਦੇ ਹਾਂ, ਇਸ ਲਈ ਤੁਹਾਡੀ ਫੀਡਬੈਕ ਸਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਹੈ। ਸਾਡਾ YouTube ਚੈਨਲ ਵੀ ਤੁਸੀਂ ਸਬਸਕ੍ਰਾਈਬ ਜ਼ਰੂਰ ਕਰਨਾ, ਲਾਈਕ, ਸ਼ੇਅਰ ਤੇ ਕਮੈਂਟ ਵੀ ਕਰ ਸਕਦੇ ਹੋ, ਕਿਉਂਕਿ YouTube ਚੈਨਲ ਤੇ ਅਸੀਂ ਆਪਣੇ ਸਾਰੇ ਹੀ ਪ੍ਰੋਗਰਾਮਸ ਉੱਥੇ ਅਪਲੋਡ ਕਰ ਦਿੰਦੇ ਹਾਂ। ਕਿਸੇ ਕਾਰਨ ਕਰਕੇ ਜੇ ਤੁਹਾਡੇ ਤੋਂ ਕੋਈ ਪ੍ਰੋਗਰਾਮ ਮਿਸ ਹੋ ਗਿਆ ਹੋਵੇ, ਤੁਸੀਂ ਬਾਅਦ ਦੇ ਵਿੱਚ ਉੱਥੇ ਜਾ ਕੇ ਉਹ ਪ੍ਰੋਗਰਾਮ ਸੁਣ ਸਕਦੇ ਹੋ।
ਤੇ ਜੇਕਰ ਤੁਸੀਂ ਆਪਣੇ ਬਿਜ਼ਨਸ 'ਚ ਵਾਧਾ ਕਰਨਾ ਚਾਹੁੰਦੇ ਹੋ ਤਾਂ ਸਾਡੇ ਨਾਲ ਇੱਕ ਵਾਰੀ ਐਡਵਰਟਾਈਜ਼ ਕਰਕੇ ਜ਼ਰੂਰ ਦੇਖੋ। ਐਡਵਰਟਾਈਜ਼ਮੈਂਟ ਦੇ ਲਈ ਅਸੀਂ ਸਪੈਸ਼ਲ ਪੈਕੇजेस ਲਗਾਏ ਹੋਏ ਨੇ। ਤੁਹਾਡੇ ਬਜਟ ਦੇ ਵਿੱਚ ਵੀ ਅਸੀਂ ਤੁਹਾਡੇ ਲਈ ਪੈਕੇਜ ਬਣਾ ਕੇ ਦੇ ਸਕਦੇ ਹਾਂ। ਇਸ ਸੰਬੰਧੀ ਹੋਰ ਜਾਣਕਾਰੀ ਲਈ ਸਾਨੂੰ ਕਾਲ ਕਰੋ ਸਾਡੇ ਸਟੂਡੀਓ ਦੇ ਨੰਬਰ ਤੇ 6045929191 ਤੇ 6045929191 ਤੇ। प्रोग्राम च साथ देने लिए बहुत बहुत शुक्रिया।